ਗੁਰੂ ਸਾਹਿਬ ਜੀਓ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। हरि राय हर कृष्ण गुरु तेग बहादुर चंद। दसवें गोविंद सिंह गुरु नमो चरण अरविंद। श्री गुर शब्द कमाए जिन जीते पंच विकार। तिन संतन को बंदना सिर चरणन परतार। एक अंकारा सतगुरु तिह प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोय। वाहिगुरु साहिब जीओ दोहरा। ले गमन्यो पिख पंथ को होवत हृदय आनंद। गावत सतगुर के शब्द उमगे प्रेम बिलंद। ले गमन्यो पिख पंथ को। वाहिगुरु जी का खालसा वाहिगुरु जी की फतेह। परम सत्कारयोग गुरु खालसा साध संगत जी, आप गुरसिख संगतां अमृत वेले दे दीवान दीआं हाजरियां भरदिआं होइआं गुरबाणी दा कीर्तन सरवण करदे हो अते कीर्तन तो बाद छेवें पातशाह सतगुरु हरगोबिंद साहिब जी दा जो काफी समय तो मुड़ तो इतिहास विच प्रसंग चलिया होया उसनूं सरवण करदे हो। अज भी इतिहास विच आ रहा प्रसंग सरवण करन लई सतगुरु साहिब जी दे पावन दरबार दीआं हाजरियां भरदिआं गुरबाणी स्वरूप सतगुरु दे दर्शन दीदार करदे होए संगत रूप जुड़ रहे हो। कल दे इतिहास विच प्रसंग आपां बड़ी विस्तार नाल सरवण करी लिया। जिवें विधि चंद दूसरा कोरा लैण वास्ते भाई के रूपे तो चलदा लाहौर पहुंच गया सी। इत्थे फिर आपने जिवें हिंदुस्तानी रमलगे हुंदे ने वो संगड़ी जी सिट के उंगलियां दे जिहड़े पोटे उहदे नाल गिणती मिणती जी करके या उत्थों दी मिट्टी नूं सूंघ के मकान दियां नुकरां सूंघ के फिर दस देना भी ये चीज तेरी इत्थे चली गई है, ये लै गया है। इस तरह कई रमलगे वो संगली दे थां डालना जा सिट लैंदे ने। उहदे ते डालण दे 6-7 पहलू जे बनाए हुंदे, उन्हां ते अखर लिखे हुंदे। ਉਹਨੂੰ ਕਹਿੰਦੇ ਵੀ ਤੂੰ ਇਹ आ मंत्र का जाप करते हुए इन 2 बारी सुट।
ਉਹ 2 ਵਾਰੀ ਸੁੱਟਣ ਨਾਲ 2 ਅੱਖਰ ਆ ਜਾਂਦੇ ਨੇ। ਉਹ 2 ਅੱਖਰਾਂ ਦੇ ਸੰਬੰਧ ਵਿੱਚ ਫਿਰ ਉੱਥੇ ਲਿਖਿਆ ਹੁੰਦਾ, ਉਹਨੂੰ ਪੜ੍ਹ ਕੇ ਸੁਣਾ ਦਿੰਦੇ ਵੀ ਆ ਆਇਆ ਹਿਸਾਬ, ਆਏ ਤੇਰੇ ਅੰਦਰਲੇ ਪ੍ਰਸ਼ਨ ਦਾ ਇਹ ਉੱਤਰ ਆਇਆ ਹੈ। ਉਹ ਜਿਹੋ ਜਿਹਾ ਕੋਈ ਕਿਸੇ ਦਾ ਇਸ਼ਟ ਹੁੰਦਾ ਉਹ ਇਹੋ ਜਿਹਾ ਉਹਨੂੰ ਕਹਿ ਦਿੰਦੇ ਵੀ ਤੂੰ ਆ ਇਹ ਸਿੱਖ ਆ ਗਿਆ, ਉਹਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਆ ਸਿੱਟ ਲਾ। ਉਹ ਆ ਗਿਆ, ਉਹਨੂੰ ਕਹਿੰਦੇ ਰਾਮ ਰਾਮ ਕਹਿ ਲਾ ਜਾਂ ਹਰੇ ਕ੍ਰਿਸ਼ਨ ਜਪ ਲੈ। ਜੇ ਕੋਈ ਮੁਸਲਮਾਨ ਆਇਆ ਉਹਨੂੰ ਕਹਿੰਦੇ ਅੱਲਾਹ ਤਾਲਾ ਦਾ ਨਾਂ ਲੈ ਕੇ ਸਿੱਟ ਦੇ। ਯਾਨੀ ਇਸ ਤਰ੍ਹਾਂ 2 ਵਾਰੀ ਡਾਲਣਾ ਜਾਂ ਸਟਾ ਕੇ ਤੇ ਫਿਰ ਉਹ ਅੱਗੇ ਦੱਸ ਦਿੰਦੇ। ਤੇ ਉਹ ਐਸਾ ਜਿਹੜਾ ਕੋਈ ਇਉਂ ਕਰੇ ਉਹਨੂੰ ਰਮਲੀਆ ਕਹਿੰਦੇ ਨੇ। ਇੱਕ ਹੁੰਦੇ ਨੇ ਜੋਤਸ਼ੀ ਲੋਕ, ਉਹ ਗ੍ਰਹਾਂ ਗਰੂਹਾਂ ਨੂੰ ਵੇਖ ਕੇ ਸਗਨ ਸੁਗਨ ਦੇਖ ਕੇ ਜਾਂ ਟੇਵਾ ਲਾ ਕੇ ਫੇਰ ਦੱਸਦੇ ਹੁੰਦੇ। ਜੋਤਸ਼ੀਆਂ ਦਾ ਆਪਣਾ ਹਿਸਾਬ ਕਿਤਾਬ ਵੱਖਰਾ ਹੈ, ਰਮਲੀਆਂ ਦਾ ਵੱਖਰਾ ਹੈ। ਇਸ ਕਰਕੇ ਫਿਰ ਰਮਲੀਆ ਬਣ ਕੇ ਗਿਆ। ਉਹ ਭੇਸ ਵੀ ਉਹੇ ਜਿਹੇ ਪਹਿਨੇ, ਇੱਕ ਲੰਮਾ ਸਾਰਾ ਚੂੜਾ ਸਿੱਟਿਆ ਗਿੱਟਿਆਂ ਤੱਕ, ਫਿਰ ਉਹਦੇ ਉੱਪਰ ਵੀ ਹੋਰ ਛੋਟਾ ਤੀਜਾ, ਮੂਹਰਿਆਂ ਬੜੀ ਚੌੜੀ ਜੀ ਕਰਕੇ ਪੱਗ ਬੰਨ ਲਈ ਹੈ, ਉੱਪਰ ਬੜੀ ਢਾਲੰਗੂ ਬਣਾ ਲਈ ਹੈ, ਅਸੀਂ ਲੋਹੇ ਦੀ ਸੰਗਲੀ ਫੜ ਲਈ ਹੈ, ਨੋਕਦਾਰ ਜੋੜਾ ਢੀ ਤੋਂ ਬਗੈਰ ਪਾ ਲਿਆ ਹੈ। ਜਿਹੜਾ ਲਾਹੌਰ ਦਾ ਕਿਲਾ ਹੈ ਉਧਰ ਨੂੰ ਆ ਰਿਹਾ ਹੈ। ਲੋਕ ਪੁੱਛਦੇ ਵੀ ਤੂੰ ਕੌਣ ਹੈ? ਕਹਿੰਦੇ ਅਸੀਂ ਗੁਣੀ ਲੋਕ ਹਾਂ। ਕਿਸੇ ਦੀ ਵਸਤੂ ਚਲੀ ਗਈ ਹੋਵੇ ਤੇ ਅਸੀਂ ਆ ਦੱਸ ਦਿੰਦੇ ਹਾਂ, ਇਹ ਵੀ ਦੱਸ ਦਿੰਦੇ ਵੀ ਕਿੱਥੇ ਗਈ ਹੈ, ਕੌਣ ਲੈ ਕੇ ਗਿਆ, ਉਹਦਾ ਨਾਮ ਵੀ ਬਤਾ ਦਿੰਦੇ। ਫਿਰ ਚੀਜ਼ ਮਿਲੂਗੀ ਕਿ ਨਹੀਂ ਮਿਲੂਗੀ ਉਹ ਵੀ ਅਸੀਂ ਫਿਰ ਅਮਲ ਦੀ ਗਿਣਤੀ ਨਾਲ ਉਹ ਸਾਰਾ ਦੱਸ ਦਿੰਦੇ ਹਾਂ। ਉਹ ਕੁਝ ਨੇ ਵਿੱਚੋਂ ਪੁੱਛ ਪਛਾ ਲਿਆ ਵੀ ਮੇਰਾ ਧਨ ਗਿਆ ਸੀ, ਦੱਸੋ ਕਿੱਥੇ ਗਿਆ ਹੈ, ਮਿਲੇਗਾ ਕਿ ਨਹੀਂ ਮਿਲੇਗਾ। ਸੰਗਲੀ ਜੀ ਸੁੱਟਦਾ ਵਿਧੀ ਚੰਦ, ਫਿਰ ਉਹ ਉਂਗਲੀਆਂ ਦੇ ਪੋਟੇ ਜੇ ਗਿਣਤੀ ਕਰਦਾ ਹੈ। ਕਹਿੰਦਾ ਵੀ ਬਹੁਤ ਔਖੇ ਹੋ ਕੇ ਤੂੰ ਧਨ ਖੱਟਿਆ ਕਮਾਇਆ ਸੀ, ਹੁਣ ਤਾਂ ਇਹੋ ਜਿਹੀ ਜਗ੍ਹਾ ਉਹ ਚਲਿਆ ਗਿਆ, ਤੈਨੂੰ ਨਹੀਂ ਇਹ ਜ਼ਿੰਦਗੀ ਪਰ ਮਿਲਣਾ ਹੈ। ਇਸੇ ਤਰ੍ਹਾਂ ਕੋਈ ਖਾਣ ਸੰਬੰਧੀ ਪੁੱਛਦਾ, ਉਹਨੂੰ ਖਾਣਾ ਦੱਸੀ ਜਾਂਦਾ ਵੀ ਆਹ ਤੂੰ ਖਾ ਕੇ ਆਇਆ। ਲੋਕਾਂ ਦਾ ਤਾਤਾ ਮਗਰ ਲੱਗ ਪਿਆ। ਕਿਲੇ ਦੀ ਨੀਵੀਂ ਜੀ ਕੰਧ ਸੀ ਬਾਹਰ ਉਹਦੇ ਤੇ ਬਸ ਚੜ੍ਹ ਕੇ ਬੈਠ ਗਿਆ ਹੈ। ਇੱਕ ਸ਼ੀਸ਼ਾ ਜਿਹਾ ਰੱਖਦੇ, ਉਹਦੇ ਵਿੱਚ ਬਾਰ ਮੂੰਹ ਦੇਖੀ ਜਾਂਦਾ ਹੈ। ਕਿਤੇ ਮੁੱਛਾਂ ਕੁੰਡੀਆਂ ਜੀਆਂ ਕਰ ਲੈ, ਕਿਤੇ ਦਾੜੀ ਜੀ ਸਵਾਰ ਲੈਂਦਾ ਹੈ। ਇਸ ਤਰ੍ਹਾਂ ਪੂਰਾ ਹੀ ਰਮਲੀਆ ਬਣ ਕੇ ਦਾ ਘਾਹ ਲਾਉਣ ਵਾਸਤੇ ਗਿਆ। ਦਰੋਗੇ ਦਾ ਕੋਈ ਸੇਵਕ ਬਾਹਰ ਨਿਕਲਿਆ, ਉਹਨੇ ਪੁੱਛ ਪੜਤਾਲ ਕੀਤੀ। ਇਹ ਵਿਧੀ ਚੰਦ ਨੇ ਦੱਸ ਦਿੱਤਾ ਵੀ ਅਸੀਂ ਸਾਰੀ ਚੀਜ਼ ਜਿੱਥੇ ਗਈ ਉਹ ਦੱਸ ਦਿੰਦੇ ਹਾਂ। ਦਰੋਗੇ ਨਾਲ ਗੱਲ ਕਰਕੇ ਵਿਧੀ ਚੰਦ ਨੂੰ ਆਪਣੇ ਨਾਲ ਲੈ ਗਿਆ। ਫਿਰ ਉਹ ਸ਼ਾਹਜਹਾਂ ਕੋਲ ਪਹੁੰਚਿਆ। ਸ਼ਾਹਜਹਾਂ ਨੇ ਪੁੱਛ ਪੜਤਾਲ ਕੀਤੀ ਵੀ ਕਿੱਥੋਂ ਤੂੰ ਆਇਆ ਹੈ, ਕੀ ਗੁਣ ਹੈ ਤੇ ਕਿਹੜੇ ਕੰਮ ਤੂੰ ਆਇਆ ਹੈ। ਨਿਰਭੈ ਹੋ ਕੇ ਦੱਸ ਦਿੱਤਾ ਹੈ ਵੀ ਅਸੀਂ ਗੁਣੀ ਲੋਕ ਹੈ, ਗਈ ਹੋਈ ਚੀਜ਼ ਨੂੰ ਪੂਰਾ ਹਿਸਾਬ ਲਾ ਕੇ ਦੱਸ ਦਿੰਦੇ ਹਾਂ ਤੇ ਜਿਹੜਾ ਚੀਜ਼ ਲੈ ਕੇ ਗਿਆ ਉਹਦਾ ਨਾਮ ਵੀ ਬਤਾ ਦਿੰਦੇ ਹਾਂ। ਜਿੱਥੇ ਗਈ ਹੈ ਉੱਥੇ ਵੀ ਜਿਹੜਾ ਕੋਈ ਲੈ ਕੇ ਜਾਣ ਵਾਲਾ ਹੈ ਉਹਦਾ ਇਸ਼ਟ ਗੁਰੂ ਦਾ ਨਾਮ ਵੀ ਅਸੀਂ ਦੱਸ ਦਿੰਦੇ ਹਾਂ। ਬਾਕੀ ਵੀ ਲਿਆ ਲੋ ਕੇ ਨਹੀਂ ਅਸੀਂ ਦਿੰਦੇ, ਲਿਆਉਣਾ ਹੈ ਉਸੇ ਦੀ ਵਸਦੀ ਹੁੰਦੀ ਹੈ। ਬਾਕੀ ਅਸੀਂ ਸਭ ਕੁਛ ਦਸਾ ਦਿੰਦੇ ਹਾਂ। ਸ਼ਾਹਜਹਾਂ ਨੇ ਕਿਹਾ ਵੀ ਸਾਡਾ ਇੱਥੇ ਇੱਕ
कोई चोर बन के घोड़ा चुरा के ले गया किले विचों, पता ही नहीं चलता है। ये भी तो दस दे, मुंह मंगया तेन धन दिता जाएगा। ये नहीं भी 2-4 हज़ार लखां की तादाद विच वो अंदर ले गया है। कहना भी हाँ घोड़े का मैनू पता चल गया है, पर इन्ना दसो भी घोड़े ते काठी पा के लग्या सी कि वो बिना काठी उलाना ही। कहन लगे भी ये तो काठी पा के लेके गया, नहीं तो छेती पता लग जाना सी जे काठी तो बगैर हुंदा। हुण भी पातशाह जिस तरह घोड़े ते काठी पा के लिया, इस तरह दूसरे घोड़े ते काठी पवांगा। ते जिवें तुसीं दसदे भी अद्धी रात नूं लैके गया, अद्धी रात दा समां हो ते फिर मैं दसों हिसाब किताब दा कम है, समा लग जाना है। फिर इसे तरह उवें कर करा लिया है। फिर वो कहन लगे भी जे तू अद्धी रात दे थां दिन दे समय दस देवें, हुण तां असीं ना 4 लाख रुपया, 1.25 लाख तैनूं फिर वध होर दे दित्ता, 5.25 लाख रुपया। कहन लगे जी ठीक है। फिर जिवें रात नूं लोग सुते हुंदे दरवाजे बंद करके अंदर वड़ जांदे, उवें हो जाण दिंदे समय जिंदे जुंदे ला के लोग अंदर चले जान। ऐ पातशाह जिथे तुसीं सी उस वेर उत्थे तुसीं चले जाओ सम्मन बुरज विच, ते मैं करदा हिसाब किताब। हाँ कह के सारे ड्योंडी पटा के करो करी लोग अंदर कर दिते है। ते शाही दरवाजियां दे जिंदे जुंदे जिलो आके कुंजियां अपने हाथ विच ले लियां। फिर उसे तरह ही हिसाब किताब जा करी जांदा है। ते शाहजहां ने कोई औखा जा होके कहा भी तू दसदा कुछ नहीं आई, गिनी गुनी जाना है। उस वेले कहन लग्या भी है पातशाह घोड़ा जिहड़ा कोई लैके गया ओहदा जिहड़ा इष्ट गुरु है बहुत महान है, और रुकावट पाई जा रहा है। नहीं तो हुण मैं दस देना सी सारा खोल के। तू टिक के बैठ, कुछ समय तो बाद मैं उची आवाज नाल आपे ही तेनू दसांगा। लारा जा लाउंदियां अद्धी रात कर ही लई विधि चंद ने। घोड़े ते काठी पा ली कढ के, ते गुरु महाराज दे अगे अरदास करके 5.25 रुपया दी देग सौकी हाँ सवार हो गया। घोड़े नूं इधर उधर तेजा हो रहा। जदों दौड़िया आवाज तो होनी है पौड़ां दे बजण करके। शाहजहां ने पूछा भी केड़ा घोड़ा खुल गया तवेले विच, पता करो। विधि चंद कहन लगा किसी ने नहीं खोलिया, गुरु हरगोबिंद साहब दे ओट आसरे नाल मैं खोलिया है। पातशाह तो कहंदा सी भी कौन लैके गया, किथे गया, वो सारी गल दसना मेरा फर्ज है। और जां तां लिख लो जां याद कर लो। पहला घोड़ा जिहड़ा सी वो मैं कसेरा बन के काइया बन के लैके गया सी। लैके गया गुरु हरगोबिंद साहब जी दे कोल भाई के रूपे नगर विच। वो भी जिहड़ा घोड़ा सी अनपट्ठा नहीं खांदा रोंदा सी, ते ओ विराग करदा जान के हुण मैं दूजा घोड़ा लैण वास्ते आया सी। देख लो पातशाह से तुहाडी किन्नी अकल सियाणप है, तुसीं आपे ही कहंदे काठी कूठी पू है तैयार करके मैनू दे दिता है। ये महाराज दा बस घोड़ा सी महाराज कोल जा रहा है। मेरा नाम विधि चंद है, ते उन्हां दे कोल ये भाई के रूपे में लैके चले जाना है। फिर उस वेले वो कहंदा फड़ लो ले ना जाए। हल दुहाई मिर्चां दा सौंदे खा कहंदा जी जंदरे तो बजे पे निकल नहीं सकते, किसी पासों कुंजियां इहदे कोल है, करिए की कैद करके बिठाते ने।
ਉਹ ਹਾਲ ਦਿਖਾਈ ਮਚਾਉਂਦਾ ਦੇਖ ਕੇ ਫਿਰ ਵਿਧੀ ਚੰਦ ਕਹਿਣ ਲੱਗਿਆ, ਪਾਤਸ਼ਾਹ ਸਣ ਜਿਹੜੇ ਘੋੜੇ ਹੈ ਉਹ ਭਲਾ ਕਿੰਨੇ ਕਦੇ ਸੀ? ਵੀ 1.25 ਲੱਖ ਕਾਠੀ ਦਾ ਸੀ, 1.25 ਲੱਖ ਦਾ ਘੋੜਾ ਸੀ, 2.5 ਲੱਖ ਤੇ 2 ਘੋੜੇ 5 ਲੱਖ ਦੇ ਹੋ ਗਏ। ਤੇ ਤੂੰ ਹੁਣ ਮੈਨੂੰ ਕਿਹਾ ਸੀ ਖੋਜ ਕਰਨ ਦਾ 4 ਲੱਖ ਦੇਵਾਂਗਾ, ਫਿਰ ਵੀ 1.25 ਲੱਖ ਹੋਰ ਕਿਹਾ ਸੀ ਤੇ 1.25 ਲੱਖ 5 ਰੁਪਈਆ ਤਾਂ ਲੱਖ ਤਾਂ ਮੇਰਾ ਤੇ ਤੇਰੇ ਕੋਲ ਚਲਾ ਗਿਆ, ਉਹਦੇ ਵਿੱਚੋਂ ਕੁਝ ਨਹੀਂ ਮੈਂ ਲੈ ਦਿਆ। ਬਾਕੀ ਵੀ ਪਹਿਲਾਂ ਜਦੋਂ ਮੈਂ ਕਸੇਰਾ ਬਣ ਕੇ ਰਿਹਾ ਸੀ ਉਹਦੀ ਤਨਖਾਹ ਵੀ ਤੁਹਾਡੇ ਖਜ਼ਾਨੇ ਵਿੱਚ, ਉਹਦੇ ਵਿੱਚੋਂ ਮੈਂ ਕੁਝ ਨਹੀਂ ਲਿਆ। 1000 ਰੁਪਈਆ ਤੁਸੀਂ ਇਨਾਮ ਦਾ ਦਿੱਤਾ ਸੀ, ਉਹ ਵੀ ਤੁਹਾਡੇ ਕੋਲ। ਇਸ ਕਰਕੇ 5 ਲੱਖ ਲੈ ਕੇ ਬਾਕੀ ਜਿਹੜਾ ਵਾਧੂ ਰਹਿੰਦਾ ਨਾ ਉਹ ਤੇ ਭਾਈ ਕੇ ਰੁਪਏ ਜੋ, ਤੇ ਨਹੀਂ ਤਾਂ ਦੇਖ ਲਓ ਫਿਰ ਖੁਦਾ ਦੀ ਦਰਗਾਹ ਵਿੱਚ ਲੈਣ ਦੇਣ ਦਾ ਮੇਰਾ ਝਗੜਾ ਹੋ ਤੁਹਾਡੇ ਨਾਲ। ਇਹਨਾਂ ਨੇ ਮੇਰੇ ਤਨਖਾਹ ਦੇ ਰੁਪਏ ਨਹੀਂ ਬਣਦੇ ਨਹੀਂ ਦਿੱਤੇ। ਇਹ ਨੀਕ ਦਾਸ ਨਾਲ ਕਹੋ, ਉਹ ਕਹਿ ਕੇ ਕੁੰਜੀਆਂ ਜੀਆਂ ਕਹਿੰਦੇ ਲਾਹੌਰ ਵੀ ਨਦੀ ਵੀ ਸਿਰਨਾ ਹੌਲੀ ਹੌਲੀ ਕਹਿੰਦੇ ਸਹਿਜ ਨਾਲ ਚੁੱਕ ਲਿਓ, ਫਿਰ ਵੀ ਤੁਸੀਂ ਕਰਾ ਲਿਓ। ਮੈਂ ਵੀ ਹੁਣ ਸਾਰਾ ਕੁਝ ਦੱਸ ਕੇ ਤੁਹਾਨੂੰ ਜਾ ਰਿਹਾ, ਕਿਤੇ ਐਸਾ ਨਾ ਹੋਵੇ ਮੈਨੂੰ ਆਹ ਨਹੀਂ ਦੱਸਿਆ, ਆਹ ਨਹੀਂ ਦੱਸਿਆ ਹੈ। ਇਸ ਤਰ੍ਹਾਂ ਕਹਿ ਕੇ ਘੋੜੇ ਦੇ ਬਸ ਸ਼ੌਂਕ ਜੀ ਮਾਰੀ ਹੈ, ਛਾਲ ਮਰਾਈ, ਰਾਵੀ ਨਦੀ ਤੋਂ ਪਾਰ ਹੋ ਗਿਆ। ਉਸ ਤੋਂ ਬਾਅਦ ਫਿਰ ਜਿਵੇਂ ਵਿਧੀ ਚੰਦ ਭਾਈ ਕੇ ਰੂਪੇ ਨੂੰ ਗੁਰਬਾਣੀ ਦੇ ਸ਼ਬਦ ਉੱਚੀ ਉੱਚੀ ਪੜ੍ਹਦਾ ਆ ਰਿਹਾ ਹੈ, ਉਹ ਪ੍ਰਸੰਗ ਆ ਰਿਹਾ ਹੈ, ਉਹ ਜਿਵੇਂ ਵੀ ਆਉਂਦਾ ਸੁਣੀਏ ਜੀ। ਲੈ ਗਮਨਿਓ ਪਿਖ ਪੰਥ ਕੋ। ਵਿਧੀ ਚੰਦ ਜਿਹੜਾ ਘੋੜਾ ਲੈ ਕੇ ਚੱਲਿਆ ਹੈ, ਭਾਈ ਕੇ ਰੂਪੇ ਦਾ ਰਸਤਾ ਵੇਖ ਕੇ ਹੋਵਤ ਹਿਰਦੈ ਆਨੰਦ। ਨਾਲੇ ਜਾ ਰਿਹਾ ਹੈ, ਨਾਲੇ ਹਿਰਦੇ ਵਿੱਚ ਬੜਾ ਆਨੰਦ ਖੁਸ਼ ਹੋਇਆ ਹੈ। ਗਾਵਤ ਸਤਿਗੁਰ ਕੇ ਸ਼ਬਦ। ਹਿਰਦੇ ਵਿੱਚ ਆਨੰਦ ਹੋਇਆ ਸਤਿਗੁਰੂ ਦੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਉੱਚੀ ਉੱਚੀ ਗਾਉਂਦਾ ਹੇਕਾਂ ਲਾ ਲਾ ਕੇ। ਉਮਗੇ ਪ੍ਰੇਮ ਬਿਲੰਦ। ਕਿਉਂਕਿ ਵਿਧੀ ਚੰਦ ਦੇ ਹਿਰਦੇ ਵਿੱਚ ਬੜਾ ਭਾਰੀ ਪ੍ਰੇਮ ਪਿਆਰ ਜਿਹੜਾ ਉਛੜਾਇਆ ਹੋਇਆ ਹੈ। ਸ੍ਰੀ ਮੁਖ ਵਾਕ ਆਸਾ ਮਹੱਲਾ ਪੰਜਵਾ। ਆਪਣੇ ਸੇਵਕ ਕੀ ਆਪੇ ਰਾਖੈ। ਘੋੜੇ ਤੇ ਚੜਾਇਆ ਹੋਇਆ ਸ਼ਬਦ ਇਹ ਗਾਉਂਦਾ ਹੈ ਵੀ ਆਪਣੇ ਸੇਵਕਾਂ ਦੀ ਜਿਹੜੇ ਵਾਹਿਗੁਰੂ ਜੀ ਆਪੇ ਰੱਖਿਆ ਕਰਦੇ ਹਨ। ਆਪੇ ਨਾਮ ਜਪਾਵੇ। ਆਪ ਹੀ ਆਪਣੇ ਸੇਵਕਾਂ ਤੋਂ ਬਲ ਬਖਸ਼ ਕੇ ਨਾਮ ਜਪਾਉਂਦੇ ਹਨ। ਜਹ ਜਹ ਕਾਜ ਕਿਰਤ ਸੇਵਕ ਕੀ। ਜਿੱਥੇ ਜਿੱਥੇ ਵੀ ਕੋਈ ਸੇਵਕਾਂ ਦੀ ਉਹ ਕਿਰਤ ਹੁੰਦੀ ਹੈ, ਛੋਟਾ ਕੰਮ ਹੁੰਦਾ ਜਾਂ ਵੱਡਾ ਕੰਮ ਕਾਜ ਹੁੰਦਾ ਹੈ, ਤਹਾ ਤਹਾ ਉੱਠ ਧਾਵੈ। ਉੱਥੇ ਉੱਥੇ ਵਾਹਿਗੁਰੂ ਆਪ ਹੀ ਉੱਠ ਕੇ ਦੌੜਦਾ, ਉਹ ਸੇਵਕਾਂ ਦੇ ਆਪ ਜਾ ਕੇ ਕੰਮ ਕਰਦਾ ਹੈ। ਸੇਵਕ ਕੋ ਨਿਕਟੀ ਹੋਏ ਦਿਖਾਵੇ। ਜਿਹੜੇ ਵਾਹਿਗੁਰੂ ਦੇ ਸੇਵਕ ਉਹਨਾਂ ਨੂੰ ਬਹੁਤ ਨੇੜੇ ਹੋ ਕੇ ਯਾਨੀ ਅੰਗ ਸੰਗ ਹਾਂ ਮੈਂ ਪ੍ਰਤੱਖ ਪ੍ਰਗਟ ਹੋ ਕੇ ਦਿਖਾਉਂਦਾ ਹੈ। ਜੋ ਜੋ ਕਹੈ ਠਾਕੁਰ ਪਹਿ ਸੇਵਕ। ਜੋ ਜੋ ਵੀ ਵਾਹਿਗੁਰੂ ਦੇ ਸੇਵਕ ਮਾਲਕ ਕੋਲ ਕਹਿੰਦੇ ਹਨ, ਤਤਕਾਲ ਹੋਏ ਆਵੈ। ਵਾਹਿਗੁਰੂ ਵੱਲੋਂ ਸੇਵਕਾਂ ਦੇ ਕਹਿਣ ਅਨੁਸਾਰ ਉਸੇ ਤਰ੍ਹਾਂ ਹੀ ਹੋਇਆ ਆਉਂਦਾ ਹੈ। ਵਾਹਿਗੁਰੂ ਉਵੇਂ ਕਰ ਦਿੰਦਾ ਫਟਾਫਟ। ਰਹਾਉ ਤਿਸ ਸੇਵਕ ਕੈ ਹਉ ਬਲਿਹਾਰੀ। ਹਾਂ, ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਦੇ ਸੇਵਕਾਂ ਤੋਂ ਅਸੀਂ ਬਲਿਹਾਰੀਆਂ ਸਦਕੇ ਜਾਣੇ ਹਾਂ। ਜੋ ਆਪਣੇ ਪ੍ਰਭ ਭਾਵੈ। ਜਿਹੜੇ ਸੇਵਕ ਆਪਣੇ ਪ੍ਰਭੂ ਨੂੰ ਪਾਉਂਦੇ ਚੰਗੇ ਲੱਗਦੇ ਹਨ। ਤਿਸ ਕੀ ਸੋਏ ਸੁਣੀ ਮਨ ਹਰਿਆ। ਸਤਿਗੁਰੂ ਕਹਿੰਦੇ ਉਹਨਾਂ ਦੀ ਕਣਸੋਖ ਸੁਣ ਕੇ ਸੋਭਾ ਸੁਣ ਕੇ ਮਨ ਹਰਿਆ ਭਰਿਆ ਹੁੰਦਾ ਹੈ ਸਾਡਾ। ਤਿਸ ਨਾਨਕ ਪਰਸਨ ਆਵੈ। ਗੁਰੂ ਮਹਾਰਾਜ ਕਹਿੰਦੇ ਇਹੋ ਜਿਹਾ ਜਿਹੜਾ ਸੇਵਕ ਉਹਦੇ ਤਾਂ
ਅਸੀਂ ਦਰਸ਼ਨ ਪਰ ਕਰਨ ਲਈ ਚੱਲ ਕੇ ਆਮਲੇ ਹਾਂ। ਚੌਪਈ ਇਤਿਆਦਿਕ ਗੁਰ ਸ਼ਬਦਨ ਗਾਵੇ। ਇਸ ਤੋਂ ਆ ਲੈ ਕੇ ਵਿਧੀ ਚੰਦ ਘੋੜੇ ਉੱਪਰ ਚੜਿਆ ਚੱਲਦਾ ਹੋਇਆ ਜਿਹੜੇ ਗੁਰੂ ਕੇ ਸ਼ਬਦ ਆ ਉਹਨਾਂ ਨੂੰ ਗਾਉਂਦਾ ਆ ਰਿਹਾ ਹੈ। ਉੱਚੀ ਧੁਨੀ ਪ੍ਰੇਮ ਗਾਵੇ। ਬੜੀ ਉੱਚੀ ਆਵਾਜ਼ ਨਾਲ ਪ੍ਰੇਮ ਦੇ ਵਿੱਚ ਉਮਗਿਆ ਹੋਇਆ ਉਛਲਿਆ ਹੋਇਆ ਗਾਉਂਦਾ ਹੈ। ਗ੍ਰਾਮ ਨਗਰ ਜੋ ਮਗ ਮਹਿ ਆਵੇ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਜਿਹੜਾ ਕੋਈ ਵੱਡਾ ਨਗਰ ਆ ਜਾਂਦਾ ਹੈ ਜਾਂ ਕੋਈ ਗ੍ਰਾਮ ਆ ਜਾਂਦਾ, ਪਿੰਡ ਆ ਜਾਂਦਾ ਹੈ। ਵਹਿਰ ਵਹਿਰ ਬਿਨ ਤਰਾਸ ਸਿਧਾਵੇ। ਹਾਂ, ਬਾਹਰ ਬਾਹਰ ਹੀ ਉਹ ਨਗਰ ਗ੍ਰਾਮ ਤੋਂ ਬਿਨਾਂ ਡਰ ਤੋਂ ਚਲਿਆ ਜਾਂਦਾ ਹੈ। ਗ੍ਰਾਮ ਛੋਟਾ ਹੁੰਦਾ ਜਿੱਥੇ ਥੋੜੇ ਘਰ ਹੋਣ, ਨਗਰ ਜਿੱਥੇ ਜ਼ਿਆਦਾ ਹੋਵੇ, ਜ਼ਿਆਦਾ ਘਰ ਹੋਣ। ਇਸ ਤਰ੍ਹਾਂ ਜਿਹੜਾ ਕੋਈ ਹੋਰ ਵੱਡਾ ਹੋਵੇ ਉਹਨੂੰ ਸ਼ਹਿਰ ਕਹਿ ਦਿੰਦੇ ਹਨ। ਇਸ ਤਰ੍ਹਾਂ ਇਹ ਥੋੜਾ ਜਿਹਾ ਜਿੱਥੇ ਗ੍ਰਾਮ ਤੇ ਨਗਰ ਤੇ ਪੁਰ ਆਉਂਦਾ ਹੈ ਉਹਦੇ ਅਰਥੋਂ ਥੋੜੇ ਥੋੜੇ ਪੁਰ ਸ਼ਹਿਰ ਦਾ ਨਾਂ, ਗ੍ਰਾਮ ਪਿੰਡ ਦਾ ਨਾਂ, ਬਹੁਤੇ ਜਿੱਥੇ ਮਕਾਨ ਉੱਥੇ ਉਹਨੂੰ ਨਗਰ ਕਿਹਾ ਜਾਂਦਾ। ਉਹ ਬਾਹਰ ਵੱਡੇ ਵੱਡੇ ਜਿਹੜੇ ਕੋਈ ਨਗਰ ਹਨ, ਛੋਟੇ ਪਿੰਡ ਹਨ, ਉਹਨਾਂ ਤੋਂ ਬਾਹਰ ਬਾਹਰ ਬਿਨਾਂ ਡਰ ਤੋਂ ਚਲਾ ਜਾਂਦਾ ਹੈ। ਧੀਰਜ ਦੇਤ ਚਲਾਵਤ ਘੋਰਾ। ਘੋੜੇ ਨੂੰ ਕਹਿੰਦੇ ਬੜਾ ਧੀਰਜ ਦਿੰਦਾ ਹੋਇਆ ਚਲਾਉਂਦਾ ਹੈ, ਟੋਰਦਾ ਹੈ। ਜਿਸ ਤੇ ਸਰਮਤ ਹੋਏ ਤਨ ਥੋਰਾ। ਇਸ ਕਰਕੇ ਵੀ ਘੋੜੇ ਦੇ ਸਰੀਰ ਨੂੰ ਬਿਲਕੁਲ ਐਵੇਂ ਨਾ ਮਾਤਰੀ ਥਕੇਵਾਂ ਜਾ ਹੋਵੇ, ਥਕਾਵਟ ਨਾ ਹੋਵੇ। ਮਜਲ ਪ੍ਰਥਮ ਕੀ ਚਲਨ ਵਿਸਾਲਾ। ਕਿਉਂਕਿ ਵਿਧੀ ਚੰਦ ਜਾਣਦਾ ਵੀ ਪਹਿਲੇ ਦਿਨ ਘੋੜੇ ਨੇ ਬੜੇ ਭਾਰੀ ਮਜਲ ਨੂੰ ਚੱਲਣਾ ਹੈ, ਪਰ 12 ਕੋ ਦੀ ਮਜਲ ਹੁੰਦੀ ਹੈ। 12 ਕੋ ਰਸਤਾ ਤੈਅ ਕਰੀ ਇੱਕ ਮਜਲ ਹੋ ਜਾਂਦੀ ਹੈ। ਹੁਣ ਲਾਹੌਰ ਤੋਂ ਦੇਖ ਲਓ ਭਾਈ ਕੇ ਰੂਪੇ ਤੱਕ ਜਾਣਾ ਹੈ, ਇਸ ਕਰਕੇ 5-4 ਮਜਲਾਂ ਬਣ ਜਾਣਗੀਆਂ। ਸਮਝਦਾ ਵੀ ਇਹਨੇ ਕਾਫੀ ਮਜਲਾਂ ਤੈਅ ਕਰਨੀਆਂ ਹਨ। ਰਹਿਓ ਬੰਦ ਹੈ ਭਾਹ ਬਹੁ ਕਾਲਾ। ਜੀ, ਰਹਿਓ ਬੰਦ ਹੈ ਭਾ ਬਹੁ ਕਾਲਾ। ਇਹ ਜਿਹੜਾ ਘੋੜਾ ਹੈ ਬਹੁਤ ਸਮੇਂ ਤੱਕ ਕਿਉਂ ਬੰਨਿਆ ਹੀ ਰਿਹਾ ਹੈ। ਅੱਜ ਹੀ ਖੋਲਿਆ ਰਸਤਾ, ਅੱਜ ਹੀ ਜ਼ਿਆਦਾ ਤੈਅ ਕਰਨਾ ਹੈ, ਇਸ ਕਰਕੇ ਇਸ ਨੂੰ ਹੌਲੀ ਹੌਲੀ ਤੋਰ ਰਿਹਾ ਹੈ। ਮਹਾ ਚਤੁਰ ਸੁਭ ਬੁੱਧ ਉਪਜਾਵਤ। ਕਿਉਂਕਿ ਵਿਧੀ ਚੰਦ ਵੀ ਬੜਾ ਕਹਿੰਦੇ ਚਤਰ ਹੈ। ਚੰਗੀ ਜਿਹੜੀ ਬੁੱਧੀ ਉਹਦੇ ਨਾਲ ਉਹਨੂੰ ਪੈਦਾ ਕਰਕੇ ਜਾਣੀ ਚੰਗੀ ਬੁੱਧ ਅਕਲ ਦੇ ਨਾਲ ਆਛੀ ਰੀਤ ਚੱਲਿਓ ਮਗ ਜਾਵਤ। ਚੰਗੀ ਰੀਤੀ ਨਾਲ ਜਿਹੜਾ ਵਿਧੀ ਚੰਦ ਹੌਲੀ ਹੌਲੀ ਸਹਿਜ ਸਹਿਜ ਵਿੱਚ ਚਲਿਆ ਜਾ ਰਿਹਾ ਹੈ। ਸਰਤਾ ਜੁਗਲ ਏਕ ਥਲ ਬਹਿ। ਹਾਂ, ਜਾਂਦਿਆਂ ਜਾਂਦਿਆਂ ਜਿੱਥੇ 2 ਨਦੀਆਂ ਇਕੱਠੀਆਂ ਚੱਲ ਰਹੀਆਂ, ਹਰੀ ਕੇ ਪੱਤਣ ਇੱਥੇ ਆ ਪਹੁੰਚਾ ਹੈ। ਪਹੁੰਚਿਓ ਤਾਹਾ ਨੀਰ ਵੜ ਹੈ। ਇੱਥੇ ਜਦੋਂ ਪਹੁੰਚ ਗਿਆ ਹਰੀ ਕੇ ਪੱਤਣ ਬੜਾ ਡੂੰਘਾ ਪਾਣੀ ਚੱਲ ਰਿਹਾ ਹੈ। ਲੱਖ ਸ਼ੁਭ ਘਾਟ ਉਤਾਰਿਓ ਘੋਰਾ। ਆ ਜਿਹੜਾ ਚੰਗਾ ਘਾਟ ਆ ਜਿੱਥੇ ਬੇੜੀਆਂ ਬੂੜੀਆਂ ਪੈਂਦੀਆਂ ਹੋਣ, ਜਿੱਥੋਂ ਦੀ ਲੋਕ ਲੰਘ ਜਾਂਦੇ ਹੋਣ, ਉਹਨੂੰ ਘਾਟ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਘਾਟ ਦੇ ਕੇ ਲੰਘਣ ਵਾਲਾ ਥਾਂ ਤੱਕ ਕੇ ਚਰਨਨ ਕੋ ਜਾਨੂ ਲਗ ਬੋਰਾ। ਆ ਜਿਹੜਾ ਘੋੜਾ ਹੈ ਉਸਨੇ ਆਪਣੇ ਜਿਹੜੇ ਕਹਿੰਦੇ ਗੋਡੇ ਤੱਕ ਆਪਣਾ ਜਿਹੜਾ ਸਰੀਰ ਹੈ ਪਾਣੀ ਵਿੱਚ ਡੁਬੋਇਆ ਹੈ। ਤਰ ਕਰ ਪਾਰ ਭਇਓ ਸਭ ਬਾਰੀ। ਇਹ ਜਿਹੜਾ ਘੋੜਾ ਹੈ ਪਾਣੀ ਤੋਂ ਤਰਦਾ ਹੋਇਆ ਪਾਰ ਹੋ ਗਿਆ ਹੈ। ਲਖ ਹੈ ਭੇਬ ਸਭ ਦੂਸਰ ਬਾਰੀ। ਕਿਉਂਕਿ ਕਹਿੰਦੇ ਹੁਣ ਦੂਸਰੀ ਵਾਰੀ ਇਹ ਰਸਤੇ ਚੱਲਿਆ ਸੀ, ਜਿਸ ਕਰਕੇ ਰਸਤੇ ਦਾ ਸਾਰਾ ਇਹ ਭੇਤ ਵਿਧੀ ਚੰਦ ਜਾਣਦਾ ਹੀ ਹੈ ਸੀ। ਚੱਲਿਓ ਜਾਤ ਬਿਨ ਭੈ ਬੁੱਧਵਾਨ। ਚੱਲਿਓ ਜਾਤ ਬਿਨ ਭੈ ਬੁੱਧਵਾਨ। ਇਸ ਕਰਕੇ ਬੁੱਧੀਵਾਨ ਵਿਧੀ ਚੰਦ ਬਿਨਾਂ ਡਰ ਭੈ ਤੋਂ ਚਲਿਆ ਜਾਂਦਾ, ਨਿਡਰ ਹੋਇਆ ਹੋਇਆ। ਆਸਮਾਨ ਮਹਿ ਜਥਾ ਬਿਮਾਨ। ਜਿਵੇਂ ਕਹਿੰਦੇ ਆਕਾਸ਼ ਦੇ ਵਿੱਚ ਕੋਈ ਉਹ ਵਿਮਾਨ ਜਾਂਦਾ ਹੁੰਦਾ ਨਾ, ਉਹ ਘੋੜੇ ਉੱਤੇ ਜਾ ਰਿਹਾ ਵਿਧੀ ਚੰਦ। ਪੀਠ ਤੁਰੰਗਨ ਕੋ ਆਨੰਦ। ਘੋੜੇ ਦੇ ਉੱਪਰ ਚੜ੍ਹਨ ਦਾ ਜਿਹੜਾ ਕੋਈ ਆਨੰਦ ਹੈ, ਬੈਠਣ ਦਾ ਆਨੰਦ
ਹੈ। ਮਨ ਹੋ ਸੁਰਗ ਸੁਖ ਲਹਿਓ ਬਿਲੰਦ। ਮਾਨੋ ਅੱਜ ਕਹਿੰਦੇ ਵਿਧੀ ਚੰਦ ਨੇ ਘੋੜੇ ਤੇ ਬੈਠ ਕੇ ਸੁਰਗ ਦਾ ਹੀ ਮਹਾਨ ਆਨੰਦ ਲੈ ਲਿਆ ਹੈ। ਬਿਨਾ ਡੋਲ ਬਲ ਤੇ ਕਲ ਚਾਲੇ। ਜਿਹੜਾ ਘੋੜਾ ਹੈ ਕਹਿੰਦਾ ਬਿਲਾਂ ਡੋਲਣ ਬਿਲਣ ਬਲ ਨਾਲ ਬੜੇ ਸੋਹਣੇ ਚਾਲੇ ਚੱਲਦਾ ਹੈ। ਥੋਰੇ ਕਾਲ ਪਿਆਨ ਵਿਸਾਲੇ। ਥੋੜੇ ਜਿਹੇ ਸਮੇਂ ਵਿੱਚ ਬਹੁਤ ਹੀ ਕਹਿੰਦੇ ਰਸਤਾ ਤੈਅ ਕਰ ਜਾਂਦਾ ਹੈ ਤੇ ਜਿਹੜਾ ਕੋਈ ਸਵਾਰ ਉਹਨੂੰ ਪਤਾ ਨਹੀਂ ਚੱਲਦਾ ਹੈ ਵੀ ਕਿੰਨਾ ਕਿ ਛੇਤੀ ਤੇਜ਼ ਚੱਲ ਰਿਹਾ ਹੈ। ਰੋਕ ਰੋਕ ਹੈ ਪੰਥ ਚਲਾਵੇ। ਪਰ ਵਿਧੀ ਚੰਦ ਤੇਜ਼ ਨਹੀਂ ਹੋਣ ਦਿੰਦਾ ਹੈ, ਰੋਕ ਰੋਕ ਕੇ ਰਸਤੇ ਵਿੱਚ ਇਹਨੂੰ ਚਲਾਉਂਦਾ ਹੈ। ਸ਼ਰਮਤ ਨਾ ਹੋਏ ਸਤੀਰਜ ਜਾਵੇ। ਇਹ ਥਕਾਵਟ ਸਹਿਤ ਨਾ ਹੋ ਜਾਵੇ ਵਿੱਚ ਜਿਸ ਕਰਕੇ ਧੀਰਜ ਸਹਿਤ ਹੀ ਜਾਂਦਾ ਹੈ। ਰਹਿਓ ਕਿਤਕ ਦਿਨ ਜਬ ਹੀ ਆਏ। ਜਦੋਂ ਕਿ ਕੁਝ ਕੁ ਦਿਨ ਜਿਹੜਾ ਬਾਕੀ ਰਹਿਆ ਥੋੜਾ ਕੁ ਦਿਨ ਰਹਿ ਆਇਆ ਹੈ। ਰੂਪਾ ਗ੍ਰਾਮ ਦ੍ਰਿਸ਼ਟ ਤਬ ਥਾਏ। ਹਾਂ ਜਿੱਥੇ ਭਾਈ ਕੇ ਰੂਪੇ ਵਾਲਾ ਥਾਂ ਉਹ ਨਿਗਾਹ ਵਿੱਚ ਆਇਆ ਏ ਸਨੋ। ਤੰਬੂ ਨਹੀਂ ਸੰਬੂਹ ਨਿਹਾਰੇ। ਹਾਂ ਦੂਰੋਂ ਦੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਹਰ ਬਾਰੇ ਭਾਈ ਕੇ ਰੂਪੇ ਤੋਂ ਤੰਬੂ ਲੱਗੇ ਸੀ, ਹੁਣ ਉਹ ਦਿਸ ਨਹੀਂ ਰਹੇ ਹਨ। ਕਿਤ ਗਮਨੇ ਗੁਰ ਹਿਰਦੈ ਵਿਚਾਰੇ। ਇਹਦੇ ਵਿੱਚ ਸੋਚਾਂ ਵਿਚਾਰਾਂ ਕਰ ਰਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਭਾਈ ਕੇ ਰੂਪਾ ਨਗਰ ਨੂੰ ਛੱਡ ਕੇ ਕਿੱਧਰ ਚਲੇ ਗਏ। ਕੂਚ ਕਰਿਓ ਇਹ ਥਲ ਤੇ ਕੈਸੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਤੋਂ ਕਿਸ ਤਰ੍ਹਾਂ ਕੂਚ ਕੀਤਾ, ਕਿਉਂ ਚਲੇ ਗਏ ਹਨ। ਕਾਰਨ ਕਬਨ ਰਹੇ ਨਹਿ ਤੈਸੇ। ਐਸਾ ਕਿਹੜਾ ਕਾਰਨ ਹੋ ਗਿਆ ਵੀ ਜਿਸ ਕਰਕੇ ਮਾਰੇ ਇੱਥੇ ਨਹੀਂ ਰਹੇ ਤੇ ਹੋਰ ਕਿਤੇ ਚਲੇ ਗਏ। ਗ੍ਰਾਮ ਵਿਖੈ ਤੂਰ ਨਹੀਂ ਆਇਓ। ਇਸ ਕਰਕੇ ਗ੍ਰਾਮ ਵਿੱਚ ਉਹ ਛੋਟਾ ਜਿਹਾ ਪਿੰਡ ਸੀ, ਨਵੇਂ ਹੀ ਬਸਿਆ ਸੀ, ਜਿਸ ਕਰਕੇ ਬੜੀ ਛੇਤੀ ਆਇਆ ਹੈ। ਬੂਜਨ ਕੀਨੋ ਨਾਰ ਦ੍ਰਿਸ਼ਟ ਆਇਓ। ਹਾਂ ਭਾਈ ਕੇ ਰੂਪੇ ਦਾ ਕੋਈ ਪੁਰਸ਼ ਦੇਖ ਕੇ ਉਸ ਨੂੰ ਪੁੱਛਣਾ ਕੀਤਾ ਵਿਧੀ ਚੰਦ ਨੇ। ਤਿਸ ਤਬ ਭਨਿਓ ਗੁਰੂ ਕੇ ਆਗੇ। ਉਸ ਪੁਰਸ਼ ਨੇ ਆਖਿਆ ਹੈ ਵੀ ਇਹ ਵੀ ਵਿਧੀ ਚੰਦ ਸਤਿਗੁਰੂ ਸਾਹਿਬ ਜੀ ਦੇ ਅੱਗੇ ਗਿਣਤੀ ਕੀਨੀ ਜੋਧ ਸੁਭਾਗੇ। ਇਹ ਜਿਹੜਾ ਕਾਂਗੜ ਨਿਵਾਸੀ ਸ੍ਰੇਸ਼ਟ ਭਾਗਾਂ ਵਾਲਾ ਜੋਧ ਰਾਏ ਸੀ, ਉਸਨੇ ਬੇਨਤੀ ਕੀਤੀ ਸੀ। ਕਾਂਗੜਪੁਰ ਨਿਜ ਘਰ ਲੈ ਗਇਓ। ਇਸ ਕਰਕੇ ਵੀ ਬੇਨਤੀ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜਾ ਰਾਏ ਜੋਧ ਹੈ ਆਪਣੇ ਘਰ ਵਿੱਚ ਲੈ ਗਿਆ ਹੋਇਆ ਹੈ। ਇਸ ਹਿਤ ਡੇਰਾ ਗਮਨਤ ਪਇਓ। ਇਸ ਕਾਰਨ ਕਰਕੇ ਸਤਿਗੁਰੂ ਦਾ ਜਿਹੜਾ ਡੇਰਾ ਇੱਥੋਂ ਚਲਿਆ ਗਿਆ ਹੈ। ਸੁਨ ਪ੍ਰਸੰਨ ਮਨ ਹੋਇ ਕਰ ਚਾਲਾ। ਆਹ ਸੁਣ ਕੇ ਮਨ ਵਿੱਚ ਪ੍ਰਸੰਨ ਹੋ ਕੇ ਫਿਰ ਕਾਂਗੜ ਵੱਲ ਨੂੰ ਚੱਲ ਪਿਆ। ਕਹਿਤ ਧੰਨ ਗੁਰ ਧੰਨ ਵਿਸਾਲਾ। ਰਸਤੇ ਵਿੱਚ ਜਾਂਦਾ ਕਹਿੰਦਾ ਹੈ ਸਤਿਗੁਰੂ ਧੰਨ ਹਨ, ਸਤਿਗੁਰੂ ਧੰਨ ਹਨ। ਜੁਗ ਕੋਸ਼ਨ ਤੇ ਉਤਰ ਚਲਾਇਓ। ਹਾਂ ਦੋ ਕੋਹਾਂ ਜਦੋਂ ਕਾਂਗੜ ਰਹਿ ਗਿਆ ਉੱਥੋਂ ਹੀ ਘੋੜੇ ਤੋਂ ਹੇਠਾਂ ਉਤਰ ਪਿਆ ਹੈ। ਰੇਸ਼ਮ ਇਸ ਤਰ੍ਹਾਂ ਫਿਰ ਉਹਨੂੰ ਹੌਲੀ ਹੌਲੀ ਚਲਾ ਰਿਹਾ ਹੈ। ਵੇਖ ਲਓ ਵੀ ਕਿੰਨੀ ਭਾਵਨਾ ਹੈ ਗੁਰੂ ਦੇ ਕੋਲ ਜਾਣਾ ਤੇ ਘੋੜੇ ਤੇ ਨਹੀਂ। ਇੱਥੇ ਤੁਸੀਂ ਦੇਖ ਲਓ ਮੱਥਾ ਟੇਕਣ ਵਾਲਾ ਐਨ ਕਿਹੜਾ ਸਿੱਧਾ ਲਿਆ ਕੇ ਸਾਈਕਲ ਜਾ ਹੋਵੇ ਮੋਟਰ ਹੋਵੇ ਵੀ ਮਾੜਾ ਮੋਟਾ ਵੀ ਨਹੀਂ ਵੀ ਉੱਥੋਂ 10 ਮਿੰਟ ਅਸੀਂ ਉਤਰ ਆਈਏ। ਸਾਡਾ ਭਾਈ ਜੇ ਦੇਖ ਲਓ ਇਹ ਚੱਕੀ ਤੁਰੀ ਜਾਊਗਾ ਗੱਡੀ ਨੂੰ, ਇਹਨਾਂ ਵੀ ਮਾੜਾ ਮੋਟਾ ਨਹੀਂ ਹੈਗਾ ਵੀ ਅਸੀਂ ਚਲੋ ਹੁਣ ਮਹਾਰਾਜ ਕੋਲ ਚੱਲੇ ਆ ਜਾਂ ਆਏ ਆ, ਇਹ ਆਪਣਾ ਚੱਕਦਾ ਹੈ। ਯਾਨੀ ਇਹ ਗੁਰੂ ਸਿੱਖਾਂ ਅੰਦਰ ਪਹਿਲੇ ਭਾਵਨਾ ਸੀ ਵੀ ਉਹ ਜਦੋਂ ਮਹਾਰਾਜ ਦੇ ਸਥਾਨ ਤੇ ਨੇੜੇ ਆ ਜਾਣਾ ਉਦੋਂ ਸਵਾਰੀ ਤੋਂ ਹੇਠਾਂ ਉਤਰ ਪੈਣਾ, ਪੈਦਲ ਜਾਣਾ ਸਤਿਕਾਰ ਨਾਲ। ਹੁਣ ਸਾਡੇ ਅੰਦਰੋਂ ਸਾਰਾ ਕੁਝ ਉੜਦਾ ਜਾ ਰਿਹਾ ਹੈ। ਰੇਸ਼ਮ ਡੋਰਨ ਤੇ ਡੁਰ ਆਇਓ। ਹਾਂ ਇਸ ਤਰ੍ਹਾਂ ਰੇਸ਼ਮਾਂ ਦੀਆਂ ਜਿਹੜੀਆਂ ਡੋਰਾਂ ਲਗਾ ਮੈਂ ਉਹਦਾ ਨਾਲੇ ਵਿਧੀ ਚੰਦ ਨੇ ਫੜਿਆ ਤੇ ਪੈਦਲ ਆ ਰਿਹਾ ਦੋ ਕੋਹਾਂ ਤੋਂ। ਜਗਮਗ ਜੀਨ ਕਰੈ ਜਿਸ ਕੇਰਾ। ਇਸਦੀ ਜਿਹੜੀ ਕਾਠੀ ਹੈ ਕਹਿੰਦੇ ਉਹ ਹੈ ਜਗਮਗ ਕਰ ਲਈ ਲਿਸ਼ਕਾਂ ਮਾਰ ਰਹੀ ਹੈ। ਸਨੇ ਸਨੇ ਚੱਲ ਕਰ ਤੇ ਸਵੇਰਾ।
ਕਹਿੰਦੇ ਇਸ ਤਰ੍ਹਾਂ ਹੌਲੀ ਹੌਲੀ ਆਰਾਮ ਨਾਲ ਚਲਿਆ ਆ ਰਿਹਾ, ਪੈਦਲ ਉੱਥੇ ਵੀ ਕਾਹਲੀ ਨਹੀਂ ਕਰ ਰਿਹਾ। ਗੁਰ ਡੇਰੇ ਕਹ ਜਬ ਨੀਰ ਆਇਓ। ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੰਬੂ ਲੱਗਾ ਸੀ, ਜਦੋਂ ਉਹਦੇ ਬਿਲਕੁਲ ਨੇੜੇ ਆ ਗਿਆ। ਦੇਖਤ ਨਮੋ ਕੀਨ ਸਿਰ ਨਿਆਇਓ। ਸਿਰ ਨਵਾ ਕੇ ਨਾ ਤੇ ਉਸ ਮਹਾਰਾਜ ਦੇ ਤੰਬੂ ਨੂੰ ਮੱਥਾ ਟੇਕਿਆ ਵਿਧੀ ਚੰਦ ਨੇ। ਆਗੇ ਲੱਗਿਓ ਦੀਵਾਨ ਮਹਾਨੂ। ਵਿਧੀ ਜਾਣ ਤੋਂ ਅੱਗੇ ਪਹਿਲਾਂ ਕਹਿੰਦੇ ਮਹਾਨ ਦੀਵਾਨ ਸਜਿਆ ਹੋਇਆ ਸੀ। ਰਾਗ ਰੰਗ ਕਰ ਰਹੇ ਸੁਜਾਨੂ। ਜਿਹੜੇ ਸਿਆਣੇ ਰਾਗੀ ਸਹਿਬਾਨ ਹੈ ਕਹਿੰਦੇ ਸੋਹਣੇ ਰਾਗਾਂ ਵਿੱਚ ਕੀਰਤਨ ਕਰ ਰਹੇ ਸਨ ਪ੍ਰੇਮ ਨਾਲ। ਜੋਧ ਮਹੀਪ ਸਮੀਪ ਗੁਸਾਈ। ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਿਹੜਾ ਇਹ ਜੋਧ ਰਾਏ ਕੋਲ ਬੈਠਾ ਹੋਇਆ। ਸਿਮਰਤ ਸੇਵਕ ਹਾਇ ਲੈ ਆਈ। ਵਿਧੀ ਚੰਦ ਸੇਵਕ ਨੂੰ ਚੇਤੇ ਕਰ ਰਹੇ ਆ ਵੀ ਦੂਸਰਾ ਘੋੜਾ ਹੁਣ ਲੈ ਹੀ ਆਏਗਾ ਕੁਝ ਸਮੇਂ ਤੋਂ ਬਾਅਦ। ਇਤਨੇ ਮਹਿ ਆਵਤ ਕੋ ਹੇਰਾ। ਇੰਨੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਧੀ ਚੰਦ ਨੂੰ ਆਉਂਦਾ ਹੋਇਆ ਵੇਖਿਆ ਹੈ। ਸੰਗਤ ਰੰਗਮ ਚਪਲ ਬਡੇਰਾ। ਨਾਲੇ ਵੀ ਦੇਖਿਆ ਜਿਹੜਾ ਘੋੜਾ ਬੜਾ ਭਾਰੀ ਚੰਚਲ ਵੀ ਹੈ ਜੋ ਲਈ ਆ ਰਿਹਾ ਹੈ। ਉਠ ਦੀਵਾਨ ਤੇ ਆਗੂ ਆਏ। ਗੁਰੂ ਹਰਗੋਬਿੰਦ ਸਾਹਿਬ ਜੀ ਝਟਪਟੀ ਦੀਵਾਨ ਵਿੱਚੋਂ ਉੱਠ ਕੇ ਕਹਿੰਦੇ ਅੱਗੇ ਨੂੰ ਆਏ ਹਨ। ਦੇਖਣ ਕੋ ਬਾਜੀ ਲਲਚਾਏ। ਜਿਹੜਾ ਘੋੜਾ ਨੂੰ ਦੇਖਣ ਵਾਸਤੇ ਚਾਹਵਾਨ ਹੋ ਕੇ ਉਤ ਲਾਵਤ ਵਿਧੀਏ ਪਗ ਗਹੇ। ਗੁਰੂ ਹਰਗੋਬਿੰਦ ਸਾਹਿਬ ਨੂੰ ਆਉਂਦਿਆਂ ਦੇਖ ਕੇ ਵਿਧੀ ਚੰਦ ਨੇ ਤੇਜ ਆ ਕੇ ਛੇਤੀ ਜਾ ਕੇ ਚਰਨ ਫੜ ਲਏ ਹਨ। ਸੀਸ ਧਰਿਓ ਵੱਡ ਆਨੰਦ ਲਹੇ। ਗੁਰੂ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਦਿੱਤਾ, ਬੜਾ ਆਨੰਦ ਲਿਆ ਹੈ। ਪੂਜਾ ਪਕਰ ਗੁਰ ਉਰਦ ਉਠਾਇਓ। ਗੁਰੂ ਹਰਗੋਬਿੰਦ ਸਾਹਿਬ ਨਾਲ ਨੇ ਬਾਹਾਂ ਤੋਂ ਫੜ ਕੇ ਵਿਧੀ ਚੰਦ ਨੂੰ ਆਪਣੇ ਚਰਨਾਂ ਤੋਂ ਉੱਪਰ ਚੁੱਕ ਲਿਆ। ਆਪਣੇ ਅੰਗ ਸੰਗ ਗੁਰ ਲਾਇਓ। ਖੁਸ਼ ਹੋ ਕੇ ਵਿਧੀ ਚੰਦ ਨੂੰ ਆਪਣੇ ਅੰਗਾਂ ਦੇ ਨਾਲ ਲਾ ਲਿਆ, ਜੱਫੀ ਵਿੱਚ ਲੈ ਲਿਆ। ਕਹਿਓ ਕੌਣ ਤੈ ਵੱਡ ਉਪਕਾਰਾ। ਕਹਿਓ ਕੀਨ ਤੈ ਵੱਡ ਉਪਕਾਰਾ। ਸਵੇਰੇ ਕਿਹਾ ਵੀ ਵਿਧੀ ਚੰਦ ਤੋਂ ਬਹੁਤ ਵੱਡਾ ਇਹ ਪਰਉਪਕਾਰ ਕੀਤਾ ਹੈ। ਜੋ ਦਸ਼ਕਰ ਅਤ ਕਠਨ ਕਰਾਰਾ। ਜੋ ਦਸ਼ਕਰ ਦਸ਼ਕਰ ਦੱਦਾ ਹੈ। ਦੁਸ਼ਕਰ ਜੋ ਦੁਸ਼ਕਰ ਅਤ ਕਠਨ ਕਰਾਰਾ। ਜਿਹੜਾ ਕਹਿੰਦੇ ਬਹੁਤ ਹੀ ਦੁਸ਼ਕਰ ਕੇ ਔਖਾ ਸੀ ਤੇ ਕਠਨ ਸੀ ਤੇ ਬਹੁਤ ਹੀ ਕਰਾਰਾ ਸਖਤ ਸੀ, ਕਰੜਾ ਸੀ। ਭਇਓ ਅਧਿਕ ਰਿਣ ਸੀਸ ਹਮਾਰੇ। ਇਹ ਵੀ ਜਿਹੜਾ ਤੂੰ ਬਹੁਤ ਔਖਾ ਸਖਤ ਕਰੜਾ ਕੰਮ ਕਰਕੇ ਆਏ ਤਾਂ ਸਾਡੇ ਸਿਰ ਤੇ ਬੜਾ ਕਰਜ਼ਾ ਚੜ ਗਿਆ ਹੈ। ਜਾ ਚੋਹ ਬਰ ਅਬ ਦੇਹ ਉਤਾਰੇ। ਇਹ ਸਾਥੋਂ ਵੀ ਤੂੰ ਵਿਧੀ ਚੰਦ ਬਰ ਮੰਗੋ, ਜਿਸ ਕਰਕੇ ਤੇਰਾ ਕਰਜ਼ਾ ਭਰ ਦੇ ਕੇ ਲਾ ਦਈਏ। ਸੁਨ ਕਰ ਵਿਧੀ ਚੰਦ ਕਰ ਜੋਰੇ। ਉਸ ਵੇਲੇ ਵਿਧੀ ਚੰਦ ਨੇ ਸੁਣ ਕੇ ਹੱਥ ਜੋੜੇ। ਪ੍ਰਭ ਜੀ ਵਰਤੋਹ ਸਭ ਹੀ ਠੌਰੇ। ਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਥਾਵਾਂ ਵਿੱਚ ਹੀ ਵਰਤ ਰਹੋ, ਸਾਰੇ ਥਾਵਾਂ ਵਿੱਚ ਹੀ ਵਿਆਪਕ ਹੋ ਰਹੇ ਹੋ। ਕਰਜ ਆਪ ਅਰ ਆਪ ਚੜਾਵੇ। ਆਪ ਹੀ ਮਹਾਰਾਜ ਤੁਸੀਂ ਕਰਜ਼ਾ ਰੂਪ ਹੋ, ਆਪ ਹੀ ਸਿਰ ਤੇ ਕਰਜ਼ਾ ਚੜਾ ਲੈਨੇ ਹੋ। ਬਹੁਰ ਦੇਨ ਆਪੇ ਲਲਚਾਵੇ। ਜਿਹੜਾ ਕਰਜ਼ਾ ਨੂੰ ਦੇਣ ਵਾਸਤੇ ਆਪ ਹੀ ਚਾਹੁੰਦੇ ਹੋ, ਆਪ ਹੀ ਖਾਹਿਸ਼ ਕਰਦੇ ਵੀ ਕਰਜ਼ਾ ਲਾ ਦਈਏ। ਕਰਜ਼ਾ ਰੂ ਵੀ ਆਪ ਹੀ, ਕਰਜ਼ਾ ਚੜਾਉਣ ਵਾਲੇ ਵੀ ਆਪ ਤੇ ਕਰਜ਼ਾ ਲਾਉਣ ਵਾਲੇ ਵੀ ਆਪ ਹੀ ਹੋ। ਇਹ ਸਭ ਤੁਮ ਕੋ ਚੋਜ ਵਿਡਾਨਾ। ਇਹ ਸਭ ਤੁਮਰੋ ਚੋਜ ਵਿਡਾਨਾ। ਪੜਦਾ ਨਹੀਂ ਹੁੰਦਾ ਇਹ ਸਾਰਾ, ਹਰੇਕ ਪੰਕਤੀ ਅੱਧੇ ਅੱਖਰ ਗਲਤ ਪੜਦਾ ਹੈ।
ਸਾਰੇ ਕਹਿੰਦੇ ਤੁਹਾਡੇ ਚੋਜ ਹਨ ਮਹਾਨ ਹੈ ਚਰਜ ਹੀ। ਕਰਹੁ ਆਪ ਆਰ ਆਪੈ ਠਾਨਾ। ਕਹਿੰਦੇ ਆਪ ਹੀ ਤੁਸੀਂ ਕਹਿੰਦੇ ਕੰਮ ਕਾਰਜ ਕਰਦੇ ਹੋ ਤੇ ਆਪ ਹੀ ਉਹ ਕੰਮ ਕਾਰਜ ਨੂੰ ਪਹਿਲਾਂ ਸ਼ੁਰੂ ਕਰਦੇ ਹੋ, ਫਿਰ ਆਪ ਹੀ ਕੰਮ ਨੂੰ ਪੂਰਾ ਕਰਦੇ ਹੋ। ਮੁਝ ਪਰ ਤੋ ਬਹੁ ਕਰੁਣਾ ਕਰੀ। ਮੇਰੇ ਉੱਪਰ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲਾਂ ਹੀ ਤੁਸੀਂ ਬੜੀ ਕਿਰਪਾ ਕੀਤੀ ਹੋਈ ਹੈ। ਜਾਚਨ ਕੀ ਅਬਿਲਾਖਾ ਹਰੀ। ਨਹੀਂ ਤਾਂ ਮਨੁੱਖ ਜਦੋਂ ਗੁਰੂ ਕੋਲ ਕੋਈ ਆਉਂਦਾ ਮੰਗੀ ਤੁਰਿਆ ਜਾਂਦਾ, ਆ ਦਿਓ ਸਤਿਗੁਰੂ ਆ ਦਿਓ, ਤੇ ਮਹਾਰਾਜ ਤੁਸੀਂ ਕਿਰਪਾ ਕੀਤੀ, ਮੈਨੂੰ ਮੰਗ ਕਰਨ ਦੀ ਮੇਰੀ ਇੱਛਾ ਹੀ ਖਤਮ ਕਰ ਦਿੱਤੀ, ਮੈਨੂੰ ਨਿਰਛਿਤ ਕਰ ਦਿੱਤਾ ਤੁਸੀਂ। ਦੇਹੁ ਗੁਰ ਸੰਗ ਨਾਮ ਕੋ ਰੰਗ। ਚਲੋ ਮਹਾਰਾਜ ਜੀ ਤੁਸੀਂ ਹੁਣ ਦੇਣਾ ਹੀ ਹੈ, ਹੇ ਸਤਿਗੁਰੂ ਮੈਨੂੰ ਨਾਮ ਦਾ ਪ੍ਰੇਮ ਜ਼ਰੂਰ ਬਖਸ਼ ਦੇਵੋ। ਬੀਤਹਿ ਬੈਸ ਸੰਤ ਕੇ ਸੰਗ। ਦੂਜਾ ਇਹ ਵਰਦੇ ਦੇਵ ਮਹਾਰਾਜ ਜਿਹੜੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਸਾਧੂ ਸੰਤ, ਉਹਨਾਂ ਦੇ ਸਾਥ ਮੇਰੀ ਉਮਰ ਲੰਘੇ। ਸੁਨ ਕਰ ਸਤਿਗੁਰ ਭਏ ਪ੍ਰਸੀਨਾ। ਗੁਰੂ ਮਹਾਰਾਜ ਨਿਸ਼ਚਲ ਸੁਣ ਕੇ ਬਹੁਤ ਹੀ ਪ੍ਰਸੰਨੇ ਦੇਤੇ ਹੋ ਗਏ। ਸਭਨ ਸੁਨਾਵਤ ਉਚਰਨ ਕੀਨਾ। ਜਿੰਨੇ ਗੁਰਸਿੱਖ ਸਾਰਿਆਂ ਨੂੰ ਸੁਣਾਉਂਦਿਆਂ ਹੋਇਆ ਸਤਿਗੁਰੂ ਨੇ ਬਚਨ ਕੀਤਾ ਹੈ। ਵਿਧੀ ਚੰਦ ਛੀਨਾ ਗੁਰ ਸੀਨਾ। ਕਹਿੰਦੇ ਜਿਹੜਾ ਵੀ ਵਿਧੀ ਚੰਦ ਸੀਨੇ ਗੋਰਤਾ, ਇਹ ਸਾਡਾ ਸੀਨਾ ਹੈ, ਸਾਡਾ ਦਿਲ ਵਾਂਗ ਹੈ। ਸਦਾ ਗੁਰੂ ਕੇ ਰਸ ਮਹਿ ਪੀਨਾ। ਇਹ ਜਿਹੜਾ ਵਿਧੀ ਚੰਦ ਸੀਨੇ ਗੋਰਦਾ ਹੈ, ਗੁਰੂ ਦਾ ਸੀਨਾ ਹਮੇਸ਼ਾ ਗੁਰੂ ਦੇ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਲੀਨ ਹੋਇਆ ਹੈ। ਸਰਬ ਵਿਕਾਰਨ ਤੇ ਔਰ ਹੀਨਾ। ਇਹਦਾ ਜਿਹੜਾ ਹਿਰਦਾ ਸਾਰੇ ਜਿਹੜੇ ਭੈੜੇ ਵਿਕਾਰ ਉਹਨਾਂ ਤੋਂ ਰਹਿਤ ਹੈ। ਹਮਰੇ ਔਰ ਆਨੰਦ ਕੋ ਦੀਨਾ। ਵੀ ਦੋ ਘੋੜੇ ਲਿਆ ਕੇ ਸਾਡੇ ਹਿਰਦੇ ਨੂੰ ਬੜਾਏ ਨੇ, ਆਨੰਦ ਦਿੱਤਾ ਸਾਨੂੰ, ਆਨੰਦ ਖੁਸ਼ ਕੀਤਾ ਹੈ। ਦੁਸ਼ਕਰ ਕਾਜ ਸੁਗਮ ਕਰ ਲੀਨਾ। ਦੋ ਘੋੜੇ ਨੂੰ ਲਿਆਉਣ ਦਾ ਜਿਹੜਾ ਕੰਮ ਸੀ ਬਹੁਤ ਔਖਾ ਸੀ, ਪਰ ਇਹਨੇ ਕਹਿੰਦੇ ਸੌਖਾ ਹੀ ਕਰ ਲਿਆ ਹੈ। ਗੁਰੂ ਸੇਵ ਮਹਿ ਸਮਤ ਪ੍ਰਬੀਨਾ। ਸਤਿਗੁਰੂ ਦੇ ਘਰ ਦੀ ਸੇਵਾ ਕਰਨ ਵਿੱਚ ਬੜਾ ਹੀ ਸ੍ਰੇਸ਼ਟ ਮਤ ਵਾਲਾ ਤੇ ਬੜਾ ਪ੍ਰਵੀਨ ਹੈ, ਚਤਰ ਹੈ। ਇਸਕੇ ਸੰਸਾਰ ਅਪਰ ਨ ਚੀਨਾ। ਗੁਰੂ ਮਹਾਰਾਜ ਕਹਿੰਦੇ ਇਹਦੇ ਵਰਗਾ ਵੀ ਸੇਵਕ ਸਿਆਣਾ ਅਕਲਵੰਦ ਹੋਰ ਨਹੀਂ ਅਸੀਂ ਜਾਣਿਆ ਹੈ। ਸਭ ਕੋ ਮਨ ਬਿਸਮਾਵਨ ਕੀਨਾ। ਦੋ ਘੋੜੇ ਲਿਆ ਕੇ ਸਾਰਿਆਂ ਦੇ ਮਨਾਂ ਨੂੰ ਇਹਨੇ ਚਰਜ ਕਰ ਦਿੱਤਾ, ਹੱਕੇ ਬੱਕੇ ਕਰ ਦਿੱਤਾ। ਕਹੈ ਕਹਾਂ ਲਗ ਤੋਹਿ ਬਡਾਈ। ਇਹ ਵਿਧੀ ਚੰਦ ਤੇਰੀ ਜਿਹੜੀ ਵਡਿਆਈ ਕਿੱਥੋਂ ਤੱਕ ਆਖੀਏ। ਅਤ ਚਾਤੁਰਤਾ ਚਿਤ ਉਪਜਾਈ। ਤੂੰ ਵੀ ਘੋੜੇ ਲਿਆਉਣ ਸਮੇਂ ਚਿੱਤ ਵਿੱਚ ਬੜੀ ਚਾਤਰਤਾ ਪੈਦਾ ਕੀਤੀ, ਬੜੀ ਸਿਆਣਪ ਵਰਤੀ ਹੈ। ਛੱਲੇ ਸ਼ਾਹ ਜੁਤ ਤੁਰਕ ਕਨੇਰੇ। ਉਹ ਕਹਿੰਦੇ ਅਕਲ ਮਤ ਨਾਲ ਕਹਿੰਦੇ ਸ਼ਾਹ ਜਾਂ ਸਵੇਰ ਜਿੰਨੇ ਮੁਸਲੇ ਸੀ ਤਾਰੇ ਤੂੰ ਛੱਡ ਲੈ। ਅਚਰਜ ਚਲਤ ਲਖੇ ਨਹਿ ਤੇਰੇ। ਵਿਧੀ ਚੰਦ ਤੇਰੇ ਜਿਹੜੇ ਕੌਤਕ ਹੈ ਸ਼ੋਜ ਹੈ ਚਰਜੀ ਹੈ, ਜਾਣੇ ਨਹੀਂ ਜਾਂਦੇ ਨਾ ਉਹ ਜਾਣ ਸਕੇ। ਜੋਦਰ ਜੇਠਾ ਵਿਦਿਆ ਮਿਲੇ। ਭਾਈ ਜੋਧ ਰਾਏ ਜੀ ਭਾਈ ਜੇਠਾ ਜੀ ਇਹ ਵਿਧੀ ਚੰਦ ਨੂੰ ਮਿਲੇ ਚੜੇ। ਸਭ ਹਿਨ ਕਰਿਓ ਸਰਾਹਨ ਭਲੇ। ਸਾਰਿਆਂ ਗੁਰਸਿੱਖਾਂ ਨੂੰ ਚੰਗੀ ਤਰ੍ਹਾਂ ਸਲਾਹਣਾ ਕੀਤਾ ਵਿਧੀ ਚੰਦ ਤਾਈ। ਸਾਧ ਸਾਧ ਸਭ ਸਭਾ ਸੁਣਾਵੇ। ਜਿੰਨੀ ਸਭਾ ਲੱਗੀ ਹੈ ਸਾਰੇ ਵਿਧੀ ਚੰਦ ਬਈ ਸ਼ਾਬਾਸ਼ ਤੇਰੇ ਆਈ ਸੁਣਾਉਂਦੀ ਹੈ। ਇਹ ਕਾਰਜ ਤੋਹੀ ਬਨ ਆਵੇ। ਇਹ ਜਿਹੜਾ ਘੋੜੇ ਲਿਆਉਣ ਦਾ ਮਹਾਨ ਕਾਰਜ ਸੀ ਇਹ ਤਾਂ ਤੈਨੂੰ ਹੀ ਬਣਾਉਂਦਾ, ਤੂੰ ਹੀ ਲਿਆ ਸਕਦਾ, ਸਾਡੇ ਵਿੱਚੋਂ ਤਾਂ ਕੋਈ ਐਸਾ ਹੈ ਨਹੀਂ ਦਿਸਦਾ। ਅਪਰ ਕੌਣ ਕਰ ਸਕਹਿ ਐਸੇ। ਇਸ ਤਰ੍ਹਾਂ ਦਾ ਘੋੜੇ ਲਿਆਉਣ ਦਾ ਕੰਮ ਤੂੰ ਕਰਕੇ ਆਇਆ, ਕਿਤੇ ਕਸੇਰਾ ਬਣ ਕੇ, ਕਿਤੇ ਰਮਲੀਆ ਬਣ ਕੇ, ਇਸ ਤਰ੍ਹਾਂ ਕੌਣ ਕੋਈ ਕਰ ਸਕਦਾ ਹੈ। ਛੱਲੇ ਤੁਰਕ ਤੁਰਕੇਸ਼ਰ ਜੈਸੇ। ਜਿਸ ਤਰ੍ਹਾਂ ਵੀ ਨਾਲੇ ਮੁਸਲਮਾਨਾਂ ਦਾ ਪਾਤਸ਼ਾਹ ਛੱਡ ਲਿਆ ਤੂੰ। ਮਨਹੁ ਕਲੰਕਤ ਕੀਨੇ ਸਾਰੇ। ਵਿਧੀ ਚੰਦ ਜਿਹੜਾ ਤੂੰ ਘੋੜੇ ਲੈ ਕੇ ਆ ਨਾ ਸਾਰਿਆਂ ਦੇ ਸਾਹਮਣੇ ਮਾਨੋ ਸਾਰੇ ਜਿੰਨੇ
ਬਾਦਸ਼ਾਹ ਸਹਿ ਤੂੰ ਮੁਸਲੇ ਕਲਾਂਕੀ ਦਾਗੀ ਕਰ ਦਿੱਤੇ। ਰਹੇ ਬਸੂਰਤ ਕੁਮਤ ਵਿਚਾਰੇ। ਹਾਂ ਕਹਿੰਦੇ ਖੋਟੀ ਮਤ ਨਾਲ ਵਿਚਾਰਦੇ ਕੋਈ ਹੋਏ, ਸਾਰੇ ਕਹਿੰਦੇ ਚਰਜੀ ਰਹਿ ਗਏ ਹੁਣ। ਹਾਏ ਗੁਲ ਬਾਗ ਲਿਏ ਗੁਰ ਸੰਗ। ਇਧਰ ਗੁਰੂ ਮਹਾਰਾਜ ਦੇ ਨਾਲ ਗੁਲਬਾਗ ਘੋੜਾ ਲੈ ਕੇ ਵਿਧੀ ਚੰਦ ਮਿਲਿਓ ਜਹ ਦਿਲ ਬਾਗ ਤਰੰਗ। ਜਿੱਥੇ ਉਹ ਦਿਲਬਾਗ ਘੋੜਾ ਕਹਿੰਦੇ ਖੜੋਤਾ ਉਹਦੇ ਜਾ ਨਾਲ ਉਸ ਨੂੰ ਮਿਲਿਆ ਹੈ, ਉਹਨੇ ਨਾਲ ਜਾ ਬੰਨ ਦਿੱਤਾ ਹੈ। ਪਿਖਤ ਪਰਸ ਪਰ ਜੁਗ ਹੈ ਨਾਏ। ਦੋਵੇਂ ਬੋਲ ਇੱਕ ਦੂਸਰੇ ਨੂੰ ਦੇਖ ਕੇ ਹਿਣਕਣ ਦੀ ਆਵਾਜ਼ ਜੀ ਕਰਨ ਲੱਗੇ ਹਨ। ਕਰੇ ਨੇਰ ਦਵੈ ਘਰਾਣ ਮਿਲਾਏ। ਦੋਵੇਂ ਆਪੋ ਆਪਣੇ ਜਿਹੜੇ ਨੱਕ ਜੇ ਨੇੜੇ ਜੇ ਮਿਲਾ ਕੇ ਉਹ ਕਹਿੰਦੇ ਸੰਗ ਰਹੇ ਇੱਕ ਦੂਸਰੇ ਨੂੰ। ਮ੍ਰਿਦੁਲ ਹਰੇਖਾ ਬੋਲਤ ਭਲੇ। ਕਹਿੰਦੇ ਖੁਸ਼ ਹੋਏ, ਬੜਾ ਕੋਮਲ ਜਿਹਾ ਹੌਲੀ ਹੌਲੀ ਹਿਣਕਣ ਦੀ ਆਵਾਜ਼ ਜੀ ਕਰ ਰਿਹਾ, ਖੁਸ਼ ਹੋਏ ਹੋਏ। ਜਨ ਜੁਗ ਭਰਾਤ ਵਿਛੜ ਬਹੁ ਮੇਲੇ। ਬਹੁਤ ਸਮੇਂ ਤੋਂ ਦੋ ਭਰਾ ਵਿਛੜ ਗਏ, ਹੁਣ ਮਿਲੇ ਹੁਣ ਇਉਂ ਕਹਿੰਦੇ ਇਹ ਖੁਸ਼ ਹੈ, ਆਪੋ ਵਿੱਚ ਇੱਕ ਦੂਸਰੇ ਨੂੰ ਵੇਖ ਕੇ ਮਿਲ ਗਏ। ਦਾਸਨ ਕੋ ਤਾਗੀਦ ਬਖਾਨੀ। ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਘੋੜਿਆਂ ਦੀ ਸੇਵਾ ਕਰਨ ਵਾਲੇ, ਉਹਨਾਂ ਨੂੰ ਕਹਿੰਦੇ ਤਕੀਦ ਕਹੀ ਇਉਂ ਜਾਣੀ ਵੀ ਆ ਤੁਸੀਂ ਜ਼ਰੂਰੀ ਕਰਨਾ ਹੈ ਕੀ ਸੇਵਾ ਕਰੋ ਮਹਾਨੀ। ਮਹਾਰਾਜ ਕਹਿੰਦੇ ਵੀ ਆ ਜਿਹੜਾ ਘੋੜਾ ਵਿਧੀ ਚੰਦ ਹੁਣ ਲੈ ਕੇ ਆਇਆ, ਇਹਦੀ ਰਾਤ ਸਮੇਂ ਤਕੜੀ ਸੇਵਾ ਸਾਨੇ ਕਰਨੀ ਹੈ। ਆਹ ਸ਼ਰਮਤ ਬਹੁ ਮਾਲਸ਼ ਕਰੀਐ ਹੈ। ਕਿ ਬਹੁਤ ਥੱਕਿਆ ਹੋਇਆ, ਸਾਰੀ ਰਾਤ ਦੀ ਮਾਲਸ਼ ਕਰਦੇ ਰਹਿਣਾ ਹੈ। ਖਾਨ ਪਾਨ ਸਭ ਆਗੇ ਧਰੀਐ ਹੈ। ਜਿਹੜਾ ਖਾਣਾ ਪੀਣ ਵਾਲਾ ਸਾਜੋ ਸਮਾਨ ਕਹਿੰਦੇ ਮਨ ਪਾਉਂਦਾ ਇਹਦੇ ਆ ਕੇ ਲਿਆ ਕੇ ਰੱਖਣਾ, ਜੋ ਚਾਹੇ ਖਾਵੇ। ਸੌਂਪਨ ਕਰ ਜੇਠੇ ਕਹ ਤਬੈ। ਭਾਈ ਜੇਠਾ ਜੀ ਤਵੇਲੇ ਦਾ ਮਾਲਕ ਸੀ, ਉਹ ਘੋੜਾ ਇਹਨੂੰ ਸੌਂਪ ਕੇ ਇਹਦੇ ਸਪੁਰਦ ਕਰਕੇ ਰਾਖੋ ਤੱਕ ਰਾਈ ਬਿਦ ਸਬੈ। ਗੁਰੂ ਮਹਾਰਾਜ ਕਹਿੰਦੇ ਭਾਈ ਜੇਠਾ ਜੀ ਸਭ ਤਰ੍ਹਾਂ ਕਰਕੇ ਸਾਵਧਾਨੀ ਰੱਖਣੀ ਹੈ। ਵਿਧੀ ਚੰਦ ਕੀ ਗਹਿ ਕਰ ਬਾਹੂ। ਉਸ ਤੋਂ ਬਾਅਦ ਵਿਧੀ ਚੰਦ ਦੀ ਬਾਂਹ ਜੀ ਫੜ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਪੁਨ ਦੀਵਾਨ ਕੇ ਮਾਹ। ਫਿਰ ਜਿੱਥੇ ਦੀਵਾਨ ਸਜਿਆ ਹੋਇਆ ਉਹਦੇ ਵਿੱਚ ਕਾਰ ਚੱਲ ਕੇ ਆ ਗਏ ਹਨ। ਵਿਕਸਤ ਬੋਲਤ ਬੂਝਤ ਬਾਤ। ਗੁਰੂ ਮਹਾਰਾਜ ਥੋੜਾ ਥੋੜਾ ਹੱਸਦੇ ਹੋਏ ਗੱਲਬਾਤ ਬੋਲਦੇ ਹੋਏ ਪੁੱਛ ਰਹੇ, ਸਭਨ ਸੁਣਾਵੋ ਸਰਬ ਬਿਰਤਾਂਤ। ਇਹ ਵੀ ਵਿਧੀ ਚੰਦ ਜਿਵੇਂ ਤੂੰ ਘੋੜੇ ਕਹਿੰਦੇ ਲੈ ਕੇ ਆਓ, ਸਾਰਾ ਪ੍ਰਸੰਗੇ ਸੰਗਤਾਂ ਨੂੰ ਸੁਣਾ ਖੋਲ ਖੋਲ ਕੇ। ਕਿਮਤ ਰੰਗ ਪੂਰਬ ਕੋ ਆਨਿਓ। ਪਹਿਲਾ ਜਿਹੜਾ ਘੋੜਾ ਕਿਸ ਢੰਗ ਨਾਲ ਤੂੰ ਲੈ ਕੇ ਆਉਣਾ ਕੀਤਾ। ਮਿਲਿਓ ਸ਼ਾਹ ਸੋ ਕਹਾ ਬਖਾਨਿਓ। ਤੂੰ ਸ਼ਾਹਜਹਾਨ ਨਾਲ ਮਿਲਿਆ ਜੁਲਿਆ ਸੀ, ਉਦੋਂ ਤੂੰ ਕੀ ਆਖਿਆ ਸੀ, ਉਹਨੇ ਤੈਨੂੰ ਕੀ ਆਖਿਆ ਸੀ। ਹਾਏ ਦੂਸਰ ਕੋ ਕੈਸੇ ਹਰਿਓ। ਜਦੋਂ ਦੂਸਰਾ ਘੋੜਾ ਤੂੰ ਲੈਣ ਗਿਆ ਸੀ, ਉਹ ਕਿਵੇਂ ਚੁਰਾਇਆ। ਮਤ ਅੰਦੇ ਸਭ ਕੋ ਕਿਮ ਕਰਿਓ। ਸਾਰਿਆਂ ਨੂੰ ਤੂੰ ਅਕਲ ਤੋਂ ਅੰਨੇ ਕਰ ਦਿੱਤਾ। ਵਿਖਮ ਸਥਾਨ ਦੁਰਗ ਵੱਡ ਗਾਡੇ। ਕਿਉਂਕਿ ਬੜਾ ਔਖਾ ਸਥਾਨ ਸੀ, ਕਿਲਾ ਬੜਾ ਤਕੜਾ ਹੈ ਸੀ। ਰਹਿਤ ਹਜ਼ਾਰਾਂ ਨਰ ਜਹ ਠਾਡੇ। ਜਿੱਥੇ ਹਜ਼ਾਰਾਂ ਲੋਕ ਪਹਿਰਾ ਦਿੰਦੇ ਹੋਏ ਸ਼ਸਤਰ ਫੜ ਕੇ ਖੜੇ ਰਹਿੰਦੇ ਸੀ। ਅਨਕ ਰੀਤ ਕਰ ਜਹ ਤਕਰਾਈ। ਜਿੱਥੇ ਅਨੇਕਾਂ ਤਰ੍ਹਾਂ ਕਰਕੇ ਤਕੜਾਈ ਸੀ, ਤੋਪਾਂ ਤਿਆਰ ਰੱਖੀਆਂ ਹੋਈਆਂ ਸੀ। ਕਿਮ ਉਲੰਘ ਆਇਓ ਇਸ ਥਾਈ। ਉਹ ਸਾਰਿਆਂ ਦੇ ਵਿੱਚੋਂ ਕਿਵੇਂ ਤੂੰ ਲੰਘ ਕੇ ਇੱਥੇ ਵੀ ਕਾਂਗੜਾ ਪੁੱਜ ਗਿਆ ਵਿਧੀ ਚੰਦ। ਜਿਨ ਦੇਖੀ ਸੋ ਅਤ ਬਿਸਮਾਏ। ਜਿਨ੍ਹਾਂ ਨੇ ਉਹ ਕਿਲੇ ਦੀ ਜਗ੍ਹਾ ਅੰਦਰ ਦੇਖੀ ਆ, ਉਹ ਤਾਂ ਬੜੇ ਚਰਜ ਹੋ ਰਹੇ। ਸੁਨਤ ਜਹਾ ਕਹਿ ਨਾਰ ਸਮਦਾਏ। ਜਿੱਥੇ ਕਿੱਥੇ ਲੋਕ ਸੁਣ ਰਹੇ ਆ, ਕਹਿ ਰਹੇ ਆ ਵੀ ਜਿੱਥੋਂ ਇਹ ਵਿਧੀ ਚੰਦ ਕਿਲੇ ਵਿੱਚੋਂ ਘੋੜੇ ਲਿਆ, ਉੱਥੋਂ ਤਾਂ ਬਈ ਬਹੁਤ ਔਖਾ ਹੈ ਲਿਆਉਣਾ। ਸੋ ਵੀ ਸਾਗਰੇ ਲਖ ਹੈ ਅਚੰਬਾ। ਉਹ ਵੀ ਸਾਰੇ ਕਹਿੰਦੇ ਅਚੰਬੇ ਹੀ ਜਾਣਦੇ ਹਨ। ਵਿਦਤਾ ਹੈ ਜਗ ਜੋ ਦੰਬ ਅਰੰਭਾ। ਜਿਹੜਾ ਵੀ ਵਿਧੀ ਚੰਦ ਤੂੰ ਇਹ ਦੁਨੀਆ
ਢੰਗ ਤਰੀਕਾ ਭੇਜਾ ਬਣਾਇਆ ਸੀ, ਸ਼ੁਰੂ ਕੀਤਾ ਸੀ, ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਏ ਤੇਰੇ ਦੱਸਣ ਨਾਲ। ਅਪਰ ਕੌਣ ਕਰ ਸਕਹਿ ਐਸੇ, ਵਿਧੀ ਚੰਦ ਜਿਵੇਂ ਤੂੰ ਕਰਕੇ ਹੈ ਇਸ ਤਰ੍ਹਾਂ ਹੋਰ ਭਲਾ ਕੌਣ ਕੋਈ ਕਰ ਸਕਦਾ ਹੈ। ਅਚਰਜ ਲਖ ਕਹਿ ਕੀਨਸ ਕੈਸੇ, ਹਾਂ ਸਾਰੇ ਚਰਜੀ ਜਾਨਾ ਕਰਦੇ ਕਹਿੰਦੇ ਵੀ ਇਹ ਕਿਸ ਤਰ੍ਹਾਂ ਇਹ ਵਿਧੀ ਚੰਦ ਨੇ ਕਰ ਲਿਆ ਕਰਤੱਬ। ਬ੍ਰਿੰਦ ਮਸੰਦ ਜੋਧ ਤੇ ਆਦ, ਤੂੰ ਜਿਹੜੇ ਮਸੰਦ ਜੋਧ ਰਾਏ ਤੋਂ ਆਦ ਲੈ ਕੇ ਕਹ ਗਾਥਾ ਸੁਨ ਹੋਏ ਬਿਸਮਾਦ। ਇਹਨਾਂ ਦੇ ਸਾਰੇ ਸਾਹਮਣੇ ਕਹਿੰਦੇ ਦੋਵੇਂ ਘੋੜਿਆਂ ਦੀ ਵਾਰਤਾ ਕਹੋ, ਜਿਸ ਕਰਕੇ ਸੁਣ ਕੇ ਚਰਜ ਹੋਣ। ਵਿਦਿਆ ਕਹਿਤ ਭਇਓ ਸੁਨ ਸੁਆਮੀ, ਵਿਧੀ ਚੰਦ ਜੀ ਸੁਣ ਕੇ ਕਹਿਣ ਲੱਗੇ, ਹੇ स्वामी गुरु हरगोबिंद साहिब महाराज सुनिए। तुम सब जानत अंतर जामी, मैनू की पुछदे आ तुसी अंतरजामी है, सब तरह करके जानदे ही हो। मोहे बदन ते सब के श्रवण, ਜਿਹੜਾ ਮੇਰੇ ਮੁਖ ਦੇ ਰਾਹੀਂ ਮਾਰਾ ਸਾਰਿਆਂ ਦੇ ਕੰਨਾਂ ਵਿੱਚ ਚਾਹੋ ਸੁਨਾਵਨ ਕਰਨਾ ਪਾਉਣ। ਕਿਰਪਾ ਦੇ ਘਰ ਮੇਰੇ ਮੁਖ ਤੋਂ ਕਹਾ ਕਿ ਸਾਰਿਆਂ ਦੇ ਕੰਨਾਂ ਨੂੰ ਤੁਸੀਂ ਸੁਣਾਉਣਾ ਚਾਹੁੰਦੇ ਹੋ। ਤੋ ਮੈਂ ਕਹਾ ਬਿਰਤੰਤ ਅਬ ਸਾਰਾ, ਚੰਗਾ ਮਹਾਰਾਜ ਤੁਸੀਂ ਤਾਂ ਅੰਤਰਜਾਮੀ ਆ, ਦੂਜਿਆਂ ਨੂੰ ਸੁਣਾਉਣ ਵਾਸਤੇ ਤੁਸੀਂ ਚਾਹੁੰਦੇ ਆ, ਫਿਰ ਮਹਾਰਾਜ ਮੈਂ ਕਹਿ ਦਿੰਨਾ ਹਾਂ। ਪ੍ਰਥਮ ਰਹਿਓ ਬਨ ਕਰ ਘਸਿਆਰਾ, ਪਹਿਲਾਂ ਤਾਂ ਮਹਾਰਾਜ ਮੈਂ ਘਸਿਆਰਾ ਬਣ ਕੇ ਕਸੇਰਾ ਘਈਆ ਬਣ ਕੇ ਉਹਨਾਂ ਕੋਲ ਰਿਹਾ ਸੀ। ਸੇਵ ਹਯਨ ਕੀ ਇਸ ਬਿਦ ਕੀਏ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਘੋੜਿਆਂ ਦੀ ਸੇਵਾ ਮਿਸ ਢੰਗ ਨਾਲ ਕੀਤੀ। ਜਿਸ ਕੋ ਦੇਖ ਰੀਝ ਸਭ ਗਏ, ਇਸ ਸੇਵਾ ਨੂੰ ਦੇਖ ਕੇ ਦਰੋਗੇ ਸੈਦ ਸ਼ਾਹਜਹਾਂ ਵੀ ਕਹਿੰਦੇ ਪ੍ਰਸੰਨ ਹੋ ਗਏ। ਧਰਿਓ ਜੀਨ ਸੋ ਥਾਨ ਨਿਹਾਰਾ, ਜਦੋਂ ਪ੍ਰਸੰਨ ਹੋ ਗਏ ਫਿਰ ਜਿੱਥੇ ਉਹਨਾਂ ਨੇ ਕਾਠੀ ਰੱਖੀ ਸੀ ਉਹ ਵੀ ਉਹਨਾਂ ਨੇ ਖੁਸ਼ ਹੋ ਕੇ ਮੈਨੂੰ ਦਿਖਾਤਾ, ਮੈਂ ਉਹ ਵੀ ਥਾਂ ਦੇਖ ਲਿਆ। ਨਿਕਸਨ ਹੇਤ ਭੇਤ ਲੈ ਸਾਰਾ, ਫਿਰ ਕਿੱਥੋਂ ਦੀ ਘੋੜਾ ਲੈ ਕੇ ਨਿਕਲਣਾ ਉਹ ਵੀ ਸਾਰਾ ਭੇਤ ਮੈਂ ਲੈ ਲਿਆ ਸੀ। ਕਰ ਇਕੱਤਰ ਸੇਵਕ ਸਮਦਾਈ, ਫਿਰ ਪਹਿਲਾ ਘੋੜਾ ਲੈ ਕੇ ਆਉਣ ਲਈ ਮਾਰਾ ਉਹ ਕਹਿੰਦੇ ਸਾਨੂੰ ਟੀ ਪਾਰਟੀ ਕਰ, ਅਸੀਂ ਸ਼ਰਾਬ ਪੀਣੀ, ਸਾਰਿਆਂ ਨੂੰ ਮੈਂ ਇਕੱਠੇ ਕਰ ਲਿਆ। ਸਾਰ ਬਾਰਨੀ ਆਨ ਪਿਲਾਈ, ਉਹ ਕਹਿੰਦੇ ਬਈ ਵਧੀਆ ਲਿਆ ਕੇ ਸਾਨੂੰ ਸ਼ਰਾਬ ਪਿਆ, ਫਿਰ ਅਸੀਂ ਮੈਂ ਆਪਣਾ ਕੰਮ ਕਰਕੇ ਬੁੱਧੂ ਬਣਾਉਣ ਵਾਸਤੇ ਲਿਆ ਪਿਲਾਈ। ਸਭ ਅਚੇਤ ਭੇਲੇ ਨਿਸਕੋਰਾ, ਮਹਾਰਾਜ ਸਾਰੇ ਜਦੋਂ ਬੇਹੋਸ਼ ਹੋ ਗਏ ਅੱਧੀ ਰਾਤ ਨੂੰ ਮੈਂ ਘੋੜਾ ਲੈ ਲਿਆ। ਪਾਏ ਜੀਨ ਰਸ ਰਨ ਤੇ ਛੋਰਾ, ਹਾਂ ਕਹਿੰਦੇ ਜਿਹੜੇ ਰੱਸੇ ਜੇ ਪਿੱਛੇ ਪਛਾੜੀਆ ਬੰਨਿਆ ਉਹ ਕਹਿੰਦੇ ਖੋਲ ਕੇ ਕਾਠੀ ਪਾ ਲਈ। ਦਿਸ਼ ਦਰਿਆਉ ਦੁਰਗ ਦੀਵਾਰ, ਮਹਾਰਾਜ ਜਿਹੜੀ ਕਹਿੰਦੇ ਰਾਵੀ ਨਦੀ ਤਰਫ ਦਰਿਆ ਦੀ ਕੰਧ ਹੈ। ਚੱਡ ਚਾਬੁਕ ਹੱਥ ਕੀਏ ਛਾਰ, ਹਾਂ ਘੋੜੇ ਤੇ ਚੜ ਕੇ ਉਹਨੂੰ ਮਹਾਰਾਜ ਚੰਗੀ ਤਰ੍ਹਾਂ ਸ਼ਮਕ ਜੀ ਮਾਰੀ, ਚਾਬਕ ਮਾਰੀ ਤੇ ਛਾਲ ਮਰਵਾਈ। ਸੁਨੋ ਪ੍ਰਭੂ ਜੀ ਕੂਦਿਓ ਐਸੇ, ਹੈ ਗੁਰੂ ਹਰਗੋਬਿੰਦ ਸੁਣੋ ਜਦੋਂ ਮੈਂ ਸ਼ਮਕ ਚੌਕ ਮਾਰੀ ਕਿਵੇਂ ਕੁੱਦਿਆ ਘੋੜਾ ਤਾਂ ਨੂੰ ਉਛੜਿਆ, ਕਿਵੇਂ ਕੁੱਦਿਆ ਕਿਵੇਂ ਛਾਲ ਉਹਨੇ ਮਾਰੀ। ਪੰਛੀ ਉੱਡਿਓ ਜਾਤ ਕੋ ਜੈਸੇ, ਇਸ ਤਰ੍ਹਾਂ ਮਾਰਾ ਆਕਾਸ਼ ਦੇ ਵਿੱਚ ਪੰਛੀ ਉੱਡਦਾ ਜਾਂਦਾ ਨਾ ਉਹ ਕਹਿੰਦੇ ਘੋੜਾ ਛਾਲਾ ਮਾਰਦਾ ਗਿਆ। ਇੱਕ ਵਾਰ ਭੀਗਿਓ ਲਗ ਬਾਰੀ, ਇੱਕ ਵਾਰੀ ਤਾਂ ਮਾਰਾ ਪਾਣੀ ਦੇ ਵਿੱਚ ਬਿਲਕੁਲ ਹੀ ਮੇਰੇ ਸਮੇਤ ਹੀ ਡੁੱਬ ਗਿਆ ਸੀ। ਪੁੰਨ ਜਾਨੂ ਲਗ ਰੱਖ ਭਾ ਪਾਰੀ, ਇਹ ਜਿਹੜਾ ਘੋੜਾ ਆਪਣੇ ਗੋਡਿਆਂ ਤੱਕ ਪਾਣੀ ਨੂੰ ਰੱਖ ਕੇ ਪਾਰ ਲੰਘ ਗਿਆ। ਮਗਨ ਚਿੰਤ ਸਲਤਾ ਤਰ ਆਇਓ, ਇਹ ਰਸਤੇ ਵਿੱਚ ਮੈਂ ਕਹਿੰਦੇ ਬੇਫਿਕਰ ਹੋ ਕੇ ਹਰੀ ਕੇ ਪੱਤਨ ਜਿਹੜੀ ਨਦੀਆਂ ਚਰਣੀਆਂ ਉੱਥੋਂ ਤਰਦਾ ਚਲੇ ਆਇਆ। ਸਿਰ ਧੁਨ ਧੁਨ ਹਜ਼ਰਤ ਪਛਤਾਇਓ, ਬਾਅਦ ਵਿੱਚ ਮਹਾਰਾਜ ਸ਼ਾਹਜਹਾਂ ਦੀ ਗੱਲ ਕੀ ਕਹਿਣੀ ਹੈ, ਸਿਰ ਹਿਲਾ ਹਿਲਾ ਕੇ ਬੜਾ ਉਹ ਪਛਤਾਇਆ। ਅਤ ਪ੍ਰਿਯ ਗਏ ਰਿਸਿਓ ਕਹਿ ਤਬੈ, ਹਾਂ ਪਿਆਰਾ ਘੋੜਾ ਹੁਣ ਚਲਿਆ ਗਿਆ ਸੀ, ਗੁੱਸੇ ਹੋ ਕੇ ਉਹਨੇ ਫਿਰ ਕਿਹਾ ਤਦੋਂ ਚਾਰ ਲੱਛ ਲਿਹੋ ਖੋਜੈ ਜਬੈ, ਹਾਂ ਕਹਿੰਦੇ ਵੀ ਜਿਹੜਾ ਕੋਈ ਘੋੜੇ ਦੀ ਖੋਜ ਦੇਵੇਗਾ ਉਹਨੂੰ 4 ਲੱਖ ਰੁਪਈਆ ਦੇਵੇਗਾ। ਮੈਂ ਕਹਿੰਦੇ ਫਿਰ
4 ਲੱਖ ਰੁਪਈਆ ਮੈਨੂੰ ਵੀ ਉਹਨੇ ਸੁਣਾਇਆ। ਮੈਂ ਪੁੰਨ ਗਇਓ ਦੂਸਰੇ ਹੇਤ। ਇਉਂ ਕਹਿੰਦੇ ਸੁਣਾ ਰਿਹਾ ਸੀ ਵੀ ਜਿਹੜਾ ਇਹ ਖੋਜ ਪੈੜ ਕੱਢੇਗਾ ਉਹਨੂੰ ਖੋਜੀ ਨੂੰ 4 ਲੱਖ ਰੁਪਈਆ ਦਿੱਤਾ। ਮੈਂ ਫਿਰ ਚਲਿਆ ਗਿਆ ਦੂਸਰਾ ਘੋੜਾ ਲੈਣ ਵਾਸਤੇ। ਉਤਰਿਓ ਧਰਮਸਾਲ ਹਿਤ ਭੇਤ। ਭੇਤ ਲੈਣ ਵਾਸਤੇ ਮਹਾਰਾਜ ਮੈਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਧਰਮਸ਼ਾਲਾ ਵਿੱਚ ਜਾ ਉਤਰਿਆ ਸੀ ਚੂਨਾ ਮੰਡੀ ਵਿਖੇ। ਡਿੰਡਮ ਫਿਰਤ ਸੁਨਿਓ ਮੈਂ ਜਬੈ। ਜਦੋਂ ਮਹਾਰਾਜ ਧਰਮਸ਼ਾਲਾ ਵਿੱਚ ਹੀ ਬਾਹਰ ਕਹਿੰਦੇ ਬਾਜ਼ਾਰ ਵਿੱਚ ਡੋਂਡੀ ਪਿੜਦੇ ਫਿਰ ਰਹੇ ਸੀ ਤੇ ਮੈਂ ਸੁਣਿਆ। ਖੋਜੀ ਬਨਿਓ ਚਹਿਤ ਜਹ ਤਬੈ। ਫਿਰ ਮੈਂ ਮਹਾਰਾਜ ਚਿੱਤ ਵਿੱਚ ਆਇਆ ਵੀ ਮੈਂ ਹੁਣ ਖੋਜੀ ਬਣ ਜਾਵਾਂ। ਸੁਨੀ ਸ਼ਾਹ ਸੁਧ ਖੋਜੀ ਆਇਓ। ਤੇ ਫਿਰ ਮੈਂ ਮਹਾਰਾਜ ਖੋਜੀ ਬਣ ਗਿਆ। ਉਦੋਂ ਬਾਅਦ ਜਦੋਂ ਪਾਤਸ਼ਾਹ ਨੇ ਖਬਰ ਸੁਣੀ ਵੀ ਇੱਥੇ ਕੋਈ ਬਾਹਰੋਂ ਦੂਰੋਂ ਜੰਗਲ ਦੇ ਇਲਾਕੇ ਵਿੱਚੋਂ ਚੰਗਾ ਖੋਜੀ ਆਇਆ ਹੈ। ਬਾਂਛਤ ਹੋਤੋ ਸਮੀਪ ਬੁਲਾਇਓ। ਸ਼ਾਹਜਹਾਂ ਚਾਹੁੰਦਾ ਹੀ ਸੀ ਚੰਗਾ ਖੋਜੀ। ਉਸ ਵੇਲੇ ਮੈਨੂੰ ਆਪਣੇ ਕੋਲ ਉਸਨੇ ਬੁਲਾ ਲਿਆ। ਬੇਸ ਧਰਿਓ ਅਸ ਹਿੰਦੁਸਤਾਨੀ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਰੀਰ ਤੇ ਮੈਂ ਹਿੰਦੁਸਤਾਨੀ ਰਮਣੀਆਂ ਵਰਗਾ ਇਹੋ ਜਿਹਾ ਲਿਬਾਸ ਧਾਰਿਆ। ਨਹਿ ਕਿਸ ਹੂੰ ਤੇ ਗਇਓ ਪਛਾਨੀ। ਦੇਖ ਲੋ ਵਿਚਾਰਾਂ ਨੌਕਰਾਂ ਚਾਕਰਾਂ ਸਮੇਤ ਮੈਂ ਪਾਤਸ਼ਾਹ ਕੋਲ ਰਿਹਾ ਸੀ, ਕਿਸੇ ਨੂੰ ਮੈਨੂੰ ਪਛਾਣ ਨਹੀਂ ਸਕੇ। ਰਮਲ ਗਨਕ ਅਰ ਸ਼ਗਨ ਵਿਚਾਰਨ। ਜਿਵੇਂ ਕਹਿੰਦੇ ਉਹ ਰਮਲੀਏ ਲੋਕ ਸੰਗਲੀ ਜੀ ਸੁੱਟਦੇ ਹੁੰਦੇ, ਉਂਗਲਾਂ ਦੇ ਪੋਟੇ ਜੇ ਗੰਢੇ ਧਰਤੀ ਸੰਗਦੇ ਆ। ਜੋਸ਼ ਜਿਵੇਂ ਵਿਚਾਰੀ ਦਾ ਉਹ ਜੋਸ਼ੀਆਂ ਵਾਂਗੂ ਵਿਚਾਰਾਂ ਜੀਆਂ ਕੀਤੀਆਂ ਸਗਨਾਂ ਦੀਆਂ। ਇਹ ਗੁਣ ਮੋ ਮਹਿ ਕੀਨ ਉਚਾਰਨ। ਸ਼ਾਹਜਹਾਂ ਨੇ ਪੁੱਛਿਆ ਵੀ ਤੇਰੇ ਵਿੱਚ ਕਿਹੜੇ ਗੁਣ ਗੁਣ ਹੈ? ਮੈਂ ਕਿਹਾ ਮੈਂ ਰਮਲ ਵਿੱਚ ਵੀ ਸਿਆਣਾ, ਮੈਂ ਜੋਸ਼ ਵਿੱਚ ਵੀ ਸਿਆਣਾ, ਮੇਰੇ ਵਿੱਚ ਦੋਵੇਂ ਗੁਣ ਹੈ। ਸ਼ਾਹ ਹਿਰਦੇ ਬਹੁ ਭਾਂਤ ਦ੍ਰਿੜਾਇਓ। ਪਾਤਸ਼ਾਹ ਨੂੰ ਕਹਿ ਕੇ ਉਹਦੇ ਹਿਰਦੇ ਵਿੱਚ ਪੱਕਾ ਕਰਤਾ, ਉਹਨੂੰ ਜਹਿਨ ਚੈਨ ਵਿੱਚ ਉਠਾਰਦਾ ਵੀ ਇਹ ਖੋਜੀ ਪੱਕਾ ਹੀ ਹੈ ਕੋ ਖੋਜ ਲੈ ਹੋ ਮਨ ਪਾਇਓ। ਮੈਂ ਕਹਿਤਾ ਪਾਤਸ਼ਾਹ ਮਨ ਭਾਉਂਦਾ ਘੋੜੇ ਦੀ ਖੋਜ ਲੈ ਲਓ ਮੇਰੇ ਕੋਲੋਂ। ਅਸ ਗੁਲ ਬਾਗ ਪਾਸ ਲੈ ਗਇਓ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹਿ ਕੇ ਜਿੱਥੇ ਮਾਰਾ ਦੂਸਰਾ ਘੋੜਾ ਗੁਲਬਾਗ ਬੰਨਿਆ ਸੀ ਉੱਥੇ ਲੈ ਕੇ ਸ਼ਾਹਜਹਾਂ ਨੂੰ ਚਲਾ ਗਿਆ। ਜਿਮ ਮੈਂ ਕਹਿਤ ਰਹਿਓ ਤਿਮ ਕੀਓ। ਜੇ ਮਾਰਾ ਮੈਂ ਸ਼ਾਹਜਹਾਂ ਨੂੰ ਕਹਿੰਦਾ ਰਿਹਾ ਉਵੇਂ ਉਹ ਕਰਦੇ ਰਹੇ ਵੀ ਇਹ ਘੋੜੇ ਤੇ ਕਾਠੀ ਪਾ ਕੇ ਰੱਖੋ ਤਿਆਰ, ਅੱਧੀ ਰਾਤ ਹੋਊਗੀ ਫੇਰ ਦੱਸੂਗਾ। ਫਿਰ ਉਹ ਕਹਿਣ ਲੱਗੇ ਦਿਨੇ ਦਾ 1.25 ਲੱਖ ਰੁਪਈਆ। ਫਿਰ ਮੈਂ ਜਿੰਦਰੇ ਰਾਤ ਦਿਨ ਰਾਤ ਵਾਂਗੂ ਸਾਰੇ ਅੰਦਰ ਬੰਦ ਤੇ ਇਸ ਤਰ੍ਹਾਂ ਮਹਾਰਾਜ ਜਿਵੇਂ ਮੈਂ ਕਹਿੰਦਾ ਰਿਹਾ ਉਵੇਂ ਹੀ ਉਹ ਕਰਦੇ ਗਏ। ਜੀਨ ਪਵਾਏ ਪਠਾਇਓ ਡੇਰੇ। ਕਹਿੰਦੇ ਘੋੜੇ ਤੇ ਕਾਠੀ ਸ਼ਾਹਜਹਾਂ ਤੋਂ ਪੁਆ ਕੇ ਫਿਰ ਉੱਥੇ ਜਦੋਂ ਜਿੱਥੇ ਉਹ ਰਾਤ ਨੂੰ ਰਹਿੰਦਾ ਸੀ ਉਧਰ ਨੂੰ ਭੇਜ ਦਿੱਤਾ। ਸੰਮਨ ਬੁਰਜ ਗਇਓ ਤਿਸ ਬੇਰੇ। ਮੇਰੀ ਗੱਲ ਸੁਣ ਕੇ ਸ਼ਾਹਜਹਾਂ ਸੰਮਨ ਬੁਰਜ ਵਿੱਚ ਚਲਾ ਗਿਆ। ਤਿਸ ਨੀਚੇ ਢਿਗ ਮੈਂ ਅਰ ਘੋਰਾ। ਕਹਿੰਦੇ ਜਿੱਥੇ ਪਾਤਸ਼ਾਹ ਸੰਮਨ ਬੁਰਜ ਵਿੱਚ ਬੈਠਾ ਸੀ ਉਹਦੇ ਨੀਵੇਂ ਥਾਂ ਜਾਂ ਤਾਂ ਮੈਂ ਸੀ ਤੇ ਵੇਲੇ ਵਿੱਚ ਜਾ ਕਹਿੰਦੇ ਘੋੜਾ ਹੈ ਸੀ। ਤਾਰੇ ਮਾਰ ਦੀਏ ਸਭ ਪੌਰਾ। ਕਹਿੰਦੇ ਪਹਿਲਾਂ ਹੀ ਕਹਿੰਦੇ ਜੰਦਰੇ ਮਾਰ ਮਾਰ ਕੇ ਦਰਵਾਜ਼ੇ ਤੱਕ ਤੇ ਬੰਦ ਕਰਵਾ ਦਿੱਤੇ ਸੀ ਮੈਨੇ। ਭਇਓ ਇਕਾਂਕੀ ਸਭ ਅਟਕਾਏ। ਬਸ ਮੈਂ ਇਕੱਲਾ ਹੀ ਰਹਿ ਗਿਆ ਸੀ, ਬਾਕੀ ਸਭ ਜੰਦਰੇ ਮਾਰ ਕੇ ਰੋਕ ਦਿੱਤੇ ਸੀ, ਕੈਦ ਕਰ ਦਿੱਤੇ ਸੀ। ਕਰੇ ਕੈਦ ਜਨ ਬਸ ਨਾ ਬਸਾਏ। ਕੈਦ ਹੀ ਕਰ ਦਿੱਤੇ ਸੀ, ਕਿਸੇ ਦਾ ਬਸ ਨਹੀਂ ਫਿਰ ਚੱਲ ਸਕਿਆ ਸੀ। ਸ਼ਾਹ ਸੰਗ ਮੈਂ ਬੋਲਤ ਰਹਿਓ। ਮਾਰਾ ਰਾਤ ਦੇ ਸਮੇਂ ਸ਼ਾਹਜਹਾਂ ਦੇ ਨਾਲ ਮੈਂ ਬੋਲਦਾ ਚਲਦਾ ਰਿਹਾ, ਲਾਰੇ ਜੇ ਲਾਉਂਦਾ ਰਿਹਾ ਉਸ ਨੂੰ। ਦਿਓ ਖੋਜ ਮੈਂ ਸਭ ਹੀ ਲਹਿਓ। ਉਹਨੂੰ ਕਹਿੰਦਾ ਰਿਹਾ ਪਾਤਸ਼ਾਹ ਮੈਂ ਤੈਨੂੰ ਸਾਰੀ ਖੋਜ ਦੇ ਦੇਵਾਂਗਾ, ਤੂੰ ਜਾਣ ਲੈ। ਲਾਰਾ ਦੇਤ ਨਿਸ਼ਾ ਵੱਡ ਬੀਤੇ। ਲਾਰਾ ਲੱਪਾ ਲਾਉਂਦਿਆਂ ਹੋਇਆ ਜਦੋਂ ਤਕੜੀ ਰਾਤ ਜੀ ਬੀਤ ਗਈ। ਘੋੜਾ ਛੋਰ ਚੜਿਓ ਨਿਰਭੀਤੇ। ਫਿਰ ਕੀ ਹਮਾਰਾ ਮੈਂ ਘੋੜਾ ਖੋਲ ਲਿਆ, ਕਾਠੀ ਪਾ ਲਈ ਤੇ ਨਿਰਭੈ ਹੋ ਕੇ ਛਾਲ ਮਾਰ ਕੇ ਉੱਤਰ ਚੜ ਗਿਆ। ਬੂਝਣ ਲੱਗਿਓ ਸ਼ਾਹ ਆਸ ਖੋਜ। ਉਸ ਵੇਲੇ ਪਾਤਸ਼ਾਹ ਮੇਰੇ ਪਾਸੋਂ ਘੋੜੇ ਦੀ ਜਿਹੜੀ ਖੋਜ ਪੁੱਛਣ ਲੱਗ ਪਏ। ਕਹਿਓ ਸਾਚ ਤਬ ਸਤਿਗੁਰ ਓਜ। ਉਸ ਵੇਲੇ ਮਾਰਾ ਮੈਂ ਤਾਂ ਸੱਚ ਹੀ ਕਹਿਤਾ ਵੀ ਸ਼ਾਹਜਹਾਂ ਸਤਿਗੁਰੂ ਹਰ
ਹਰਗੋਬਿੰਦ ਸਾਹਿਬ ਜੀ ਦੇ ਭਲ ਕਰਕੇ ਸਕਲ ਜਥਾਰਥ ਕਹਿ ਸਮਝਾਇਓ। ਮੈਂ ਮਹਾਰਾਜ ਕੋਈ ਝੂਠ ਨਹੀਂ ਬੋਲਿਆ, ਬਿਲਕੁਲ ਸੱਚੀ ਸੱਚੀ ਗੱਲ ਉਹਨਾਂ ਨੂੰ ਜਣਾ ਦਿੱਤੀ ਵੀ ਮੇਰਾ ਨਾਮ ਵਿਧੀ ਚੰਦ ਹੈ। ਛੇਵੇਂ ਪਾਤਸ਼ਾਹ ਦੇ ਘੋੜੇ ਕੋਲ ਮੈਂ ਘੋੜੇ ਲੈ ਕੇ ਚੱਲਿਆ, ਭਾਈ ਕੇ ਰੂਪੇ ਲੈ ਕੇ ਚੱਲਿਆ। ਗਹੋ ਸੁਨ ਸ਼ਾਹ ਅਲਾਇਓ। ਫਿਰ ਕੀ ਹੈ, ਮਹਾਰਾਜ ਸ਼ਾਹਜਹਾਂ ਨੇ ਕਿਹਾ ਵੀ ਇਹਨੂੰ ਫੜ ਲਓ। ਹੈ ਪਲਟੇ ਹੈ ਸ੍ਰੀ ਗੁਰ ਲੀਨਾ। ਮੈਂ ਕਿਹਾ ਕਿਉਂ ਰੌਲਾ ਪਾਉਣਾ ਹੈ, ਵੀ ਪਹਿਲਾਂ ਵੀ ਤੂੰ ਗੁਰੂ ਮਹਾਰਾਜ ਦਾ ਘੋੜਾ ਜਿਹੜਾ ਸੁਭਾਗਾ ਲੈ ਕੇ ਆਇਆ ਸੀ ਉਹ ਆਪਣੇ ਕਿਲੇ ਵਿੱਚ ਬਣਾ ਹੀ ਲਿਆ ਸੀ, ਉਹਦੇ ਬਦਲੇ ਸਤਿਗੁਰੂ ਨੇ 2 ਲੈ ਲਏ। ਮੋਹ ਨਾਮ ਕਹਿ ਵਿਦਿਆ ਛੀਨਾ। ਹਾਂ, ਮੇਰੇ ਚੋਰ ਦਾ ਨਾਮ ਕਹਿੰਦੇ ਵਿਧੀ ਚੰਦ ਛੀਨਾ ਕਿਹਾ ਜਾਂਦਾ ਹੈ। ਆਦ ਚਾਕਰੀ ਧਨ ਭਾ ਮੇਰੋ। ਫਿਰ ਉਹਨੂੰ ਕਿਹਾ ਵੀ ਨੌਕਰੀ ਦਾ ਥਾਨ ਹੋਰ 5 ਲੱਖ ਰੁਪਈਆ ਮੇਰਾ ਘੋੜੇ ਦੀ ਫੌਜ ਦੇਣ ਦਾ ਬਣਦਾ ਹੈ, ਜਿਹੜਾ ਸਾਰਾ ਰੁਪਈਆ ਬਣਦਾ ਹੈ ਮੇਰਾ। ਲਿਓ ਮੋਲ ਸਮ ਆਛੇ ਹੈ। ਮੈਂ ਤਾਂ ਮਹਾਰਾਜ ਸ਼ਾਹ ਨੂੰ ਕਹਿੰਦਾ ਮੁੱਲ ਦੇ ਬਰਾਬਰ ਹੀ ਮੈਂ ਘੋੜੇ ਚੰਗੇ ਲੈ ਲਏ। ਸ਼ਾਹੋ ਕੋਪ ਕਿਉਂ ਬਾਦ ਕਰੰਤਾ। ਮੈਂ ਤਾਂ ਫਿਰ ਸਿੱਧਾ ਕਿਹਾ ਸ਼ਾਹਜਹਾਂ ਐਵੇਂ ਗੁੱਸਾ ਕਰਕੇ ਕਿਉਂ ਤੂੰ ਕ੍ਰੋਧ ਕਰੀ ਜਾਂਦਾ, ਕਿਉਂ ਖਪੀ ਜਾਂਦਾ ਹੈ। ਜੇ ਅਬ ਮੌਕਾ ਗਹਿਓ ਚਹੰਤਾ। ਇਹ ਬਈ ਹੁਣ 5.25 ਲੱਖ ਰੁਪਈਆ ਨਹੀਂ ਦੇਣਾ ਤੇ ਮੈਨੂੰ ਤੁਸੀਂ ਫੜਨਾ ਚਾਹੁੰਦੇ ਹੋ। ਸਭ ਤਾਰੀ ਮੈਂ ਪ੍ਰਥਮ ਮੰਗਾਈ। ਕਹਿੰਦੇ ਫਿਰ ਮੈਨੂੰ ਭਲਾ ਕਿਵੇਂ ਫੜੋਗੇ? ਸਾਰੀਆਂ ਕਹਿੰਦੇ ਜੰਦਰੇ ਮਾਰ ਕੇ ਕੁੰਜੀਆਂ ਤਾਂ ਮੈਂ ਆਪਣੇ ਕੋਲ ਮੰਗਾ ਕੇ ਰੱਖੀਆਂ ਹੋਈਆਂ। ਕਰ ਮਹਿ ਧਾਰ ਕਰ ਸ਼ਾਹ ਦਿਖਾਈ। ਕਹਿੰਦੇ ਕਿਉਂ ਐਵੇਂ ਡਾਡਾਂ ਜੀਆਂ ਮਾਰਦਾ, ਹੱਥ ਤੇ ਰੱਖ ਕੇ ਕੁੰਜੀਆਂ ਸ਼ਾਹਜਹਾਂ ਨੂੰ ਦਿਖਾਤੀਆਂ, ਤੂੰ ਨਹੀਂ ਕੁਝ ਕਰ ਸਕਦਾ, ਕੱਲਿਆ ਆਨਿਆ। ਇਹੋ ਸਭ ਪਰੀ ਨਿਕਾਸਨ ਕੀਜੈ। ਆ ਕੁੰਜੀਆਂ ਜੀਆਂ ਤੁਹਾਡੀਆਂ ਕਹਿੰਦੇ ਆ ਰਾਵੀ ਨਦੀ ਵਿੱਚ ਪਈਆਂ, ਤੁਸੀਂ ਕੱਢ ਲਿਓ ਹੌਲੀ ਹੌਲੀ। ਖੋਲ ਕੁਲਫ ਮੋਕਹ ਗਹਿ ਲੀਜੈ। ਫਿਰ ਕਹਿੰਦੇ ਜਿੰਦਰੇ ਖੋਲਿਓ ਤੇ ਫਿਰ ਕਿਤੇ ਮੈਨੂੰ ਆ ਕੇ ਫੜ ਲਿਓ। ਇਮ ਕਹਿ ਘੋਰਾ ਤੇਜ ਕੁਦਾਇਓ। ਗੁਰੂ ਮਹਾਰਾਜ ਨੇ ਸ਼ਾਹਜਹਾਂ ਨੂੰ ਕਹਿ ਕੇ ਕੁੰਜੀਆਂ ਜੀ ਸਿੱਟ ਕੇ ਰਾਵੀ ਨੇ ਤੇ ਘੋੜੇ ਨੂੰ ਮੈਂ ਫਿਰ ਦੜਾਇਆ ਚੰਗੀ ਤਰ੍ਹਾਂ। ਉਲੰਘ ਦੀਵਾਰ ਬਾਰ ਮੋਹ ਆਇਓ। ਬਸ ਕੀ ਮਾਰਾ ਕੰਧ ਤੋਂ ਲੰਘ ਕੇ ਪਾਣੀ ਵਿੱਚ ਹੀ ਮੌਜ ਨਾਲ ਆ ਗਿਆ ਘੋੜਾ। ਪੀਛੇ ਹਾਏ ਹਾਏ ਵੱਡ ਰੌਰਾ। ਬਸ ਫੇਰ ਕੀ ਆ, ਬਾਅਦ ਵਿੱਚ ਹਾਏ ਮਰ ਗਏ, ਹਾਏ ਲੁੱਟੇ ਗਏ, ਰੌਲਾ ਪਾਇਆ ਸ਼ਾਹਜਹਾਂ ਨੇ। ਬਸ ਨਾ ਬਸਾਏ ਭੇਰੇ ਸਭ ਪੌਰਾ। ਕਿਉਂ ਹੈ ਜੀ? ਬਸ ਨਾ ਬਸਾਏ ਭੇਰੇ ਸਭ ਪੌਰਾ। ਕਿਉਂਕਿ ਸਾਰੇ ਦਰਵਾਜ਼ੇ ਤਖਤੇ ਬੰਦ ਸੀ, ਕਿਸੇ ਦਾ ਵਾਪਸ ਪੇਸ਼ ਚੱਲਦਾ ਹੀ ਨਹੀਂ ਸੀ। ਸਤਿਗੁਰ ਸ਼ਬਦ ਪ੍ਰੇਮ ਓਮ ਗਾਇਓ। ਫਿਰ ਤਾਂ ਮਹਾਰਾਜ ਪ੍ਰੇਮ ਮੇਰੇ ਹਿਰਦੇ ਅੰਦਰ ਪੈਦਾ ਹੋਇਆ, ਸਤਿਗੁਰੂ ਦੇ ਜਿਹੜੇ ਬਾਣੀ ਦੇ ਸ਼ਬਦ ਹੈ। ਮਗ ਸੁਖੇਨ ਗਾਵਤ ਚੱਲ ਆਇਓ। ਮਹਾਰਾਜ ਰਸਤੇ ਵਿੱਚ ਗਾਉਂਦਾ ਸੌਖੇ ਢੰਗ ਨਾਲ ਰਸਤੇ ਵਿੱਚ ਹੀ ਆ ਚੱਲਦਾ ਹੈ। ਹੇ ਪ੍ਰਭ ਆਸ ਦੁਸ਼ਕਰ ਜੇਕਾਰਾ। ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹੜਾ ਬੜਾ ਔਖਾ ਕੰਮ ਜਿਹਾ ਹੈ ਸੀ। ਤੁਮ ਬਿਨ ਕੋ ਕਰ ਸਕੈ ਵਿਚਾਰਾ। ਦੱਸੋ ਮਹਾਰਾਜ, ਤੁਹਾਡੇ ਬਿਨਾਂ ਸਹਾਇਤਾ ਤੋਂ ਬਗੈਰ ਕੌਣ ਕੋਈ ਵਿਚਾਰਾ ਕਰ ਸਕਦਾ ਹੈ। ਸਰਬ ਸ਼ਕਤ ਧਾਰ ਮਾਨੁਖ ਲੀਲਾ। ਇਹ ਤਾਂ ਸਾਰੀਆਂ ਸ਼ਕਤੀਆਂ ਤੁਸੀਂ ਰੱਖਣ ਵਾਲੇ ਹੋ ਤੇ ਮਨੁੱਖੀ ਲੀਲਾ ਕਰੀ ਜਾ ਰਹੇ ਹੋ। ਤ੍ਰੈ ਲੋਕਨ ਪਤ ਕਰੋ ਸੁਸ਼ੀਲਾ। ਇਹ ਸੁਸ਼ੀਲ ਸੁਭਾਅ ਵਾਲੇ ਤਿੰਨਾਂ ਲੋਕਾਂ ਦੇ ਮਾਲਕ ਸਾਰੀ ਲੀਲਾ ਤੁਸੀਂ ਕਰਦੇ ਕਰਾਉਂਦੇ ਹੋ। ਭਏ ਸਹਾਇਕ ਜਹ ਕਹਿ ਜਾਈ। ਮਹਾਰਾਜ ਜਿੱਥੇ ਕਿੱਥੇ ਵੀ ਮੈਂ ਗਿਆ ਉੱਥੇ ਜਾ ਕੇ ਤੁਸੀਂ ਮੇਰੇ ਸਹਾਈ ਹੋਏ। ਦਸਾਲੇ ਲੈਣ ਗਿਆ ਪੱਟ ਜੁਣ ਗਿਆ ਉੱਥੇ ਸਹਾਈ ਹੋਏ, ਇੱਥੇ ਗਿਆ ਤਾਂ ਇੱਥੇ ਸਹਾਈ ਹੋ ਗਏ। ਤੋ ਇਹ ਕਾਰ ਕਰਨ ਬਨ ਆਈ। ਇਹ ਮਹਾਰਾਜ ਜਿਹੜਾ ਘੋੜੇ ਲਿਆਉਣ ਦਾ ਕੰਮ ਹੈ ਤਾਂ ਬਣਾਇਆ, ਜਿੱਥੇ ਕਿੱਥੇ ਮੇਰੇ ਤੁਸੀਂ ਆਪ ਸਹਾਈ ਹੋਏ, ਨਾਲ ਹੋਏ ਹੋ। ਪੰਚਾਮ੍ਰਿਤ ਮਾਨਿਓ ਸਮੁਦਾਇਓ। ਗੁਰੂ ਹਰਗੋਬਿੰਦ ਸਾਹਿਬ ਜੀ, ਮੈਂ ਕੜਾਹ ਪ੍ਰਸ਼ਾਦੀ ਦੇਖ ਬਹੁਤ ਮੰਨੀ ਸੀ, ਸੁਖਣਾ ਸੁਖੀ ਸੀ। ਸੋ ਚਾਹੀਆ ਗੋ ਅਬ ਕਰਵਾਇਓ। ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਜਿਹੜੀ ਸੁਖਣਾ ਦਾ ਪ੍ਰਸ਼ਾਦ ਛੇਤੀ ਕਰਵਾਉਣਾ ਚਾਹੀਦਾ ਹੈ। ਦੋਹਰਾ ਅਸ ਪ੍ਰਸੰਗ ਵਿਦੀਏ ਸਕਲ। ਇਉਂ ਇਹ ਜਿਹੜਾ ਪ੍ਰਸੰਗ ਹੈ ਇੱਥੇ ਵਿਧੀ ਚੰਦ ਸਾਰਾ ਵਾਰਤਾ ਸੁਣਨ ਦਾ ਪੂਰਾ ਹੋ ਗਿਆ ਹੈ। ਇਸ ਤੋਂ ਅੱਗੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ
ਵਿਧੀ ਚੰਦ ਨੂੰ ਕਿਹਾ ਵੀ ਤੂੰ ਤਾਂ 5 ਰੁਪਏ ਦੀ ਕੜਾਹ ਪ੍ਰਸ਼ਾਦੀ ਦੇ ਇਹਦੀ ਸੁਖਣਾ ਸੁਖੀ ਸੀ। ਅਸੀਂ ਵੀ ਗੁਰੂ ਨਾਨਕ ਸਾਹਿਬ ਜੀ ਅੱਗੇ 1000 ਰੁਪਏ ਦਾ ਕੜਾਹ ਪ੍ਰਸ਼ਾਦੀ ਦੇਗ ਦੀ ਸੁਖਣਾ ਸੁਖ ਲਈ ਵੀ ਸਾਡਾ ਸੇਵਕ ਇਹ ਗੁਰੂ ਨਾਨਕ ਸਾਹਿਬ ਤੁਹਾਡੀ ਕਿਰਪਾ ਨਾਲ ਸਹੀ ਸਲਾਮ ਦੋਵੇਂ ਘੋੜੇ ਲੈ ਕੇ ਆ ਜਾਏ। ਪਹਿਲਾ ਘੋੜਾ ਜਦੋਂ ਤੂੰ ਲੈਣ ਗਿਆ ਸੀ ਉਦੋਂ 500 ਦੀ ਦੇਗ ਸੁਖੀ ਸੀ ਗੁਰੂ ਨਾਨਕ ਅੱਗੇ। ਫਿਰ ਜਦੋਂ ਤੂੰ ਦੂਜਾ ਲੈਣ ਗਿਆ ਉਦੋਂ 500 ਦੀ ਹੋਰ ਸੁਖੀ ਸੀ। 1000 ਰੁਪਇਆ ਸਾਡੀ ਸੁਖ ਹੋਈ ਪਈ ਹੈ। ਫਿਰ ਸੇਵਕਾਂ ਨੂੰ ਮਹਾਰਾਜ ਨੇ ਕਹਿ ਦਿੱਤਾ ਵੀ ਵਿਧੀ ਚੰਦ ਦੀ ਵੀ ਦੇਗ ਤੇ ਸਾਡਾ 1000 ਰੁਪਏ ਦੀ ਕੜਾਹ ਪ੍ਰਸ਼ਾਦੀ ਦੇਗ ਲਿਆ ਕੇ ਤੇ ਮਹਾਰਾਜ ਨੂੰ ਭੋਗ ਲਵਾ ਕੇ ਖੁੱਲੇ ਗੱਫੇ ਵਰਤਾਓ, ਖੁਸ਼ੀਆਂ ਮਨਾਓ, ਬਾਜੇ ਵਜਾਓ। ਜਿਵੇਂ ਫਿਰ ਇੱਥੇ ਕਾਂਗੜ ਦੇ ਵਿੱਚ ਖੁਸ਼ੀਆਂ ਦੇ ਵਿੱਚ ਬਾਜੇ ਵਜਾਏ, ਗਰੀਬਾਂ ਨੂੰ ਖੁੱਲਾ ਦੁੱਲਾ ਦਾਨ ਦਿੱਤਾ, ਕੜਾਹ ਪ੍ਰਸ਼ਾਦੀਆਂ ਖੁੱਲੀਆਂ ਦੇਗਾਂ ਵਰਤਾਈਆਂ। ਉਹ ਕਵੀ ਜੀ ਨੇ ਅਗਲੇ ਅੰਸੂ ਵਿੱਚ ਸਾਰਾ ਪ੍ਰਸੰਗ ਖੋਲ ਆਖਿਆ ਹੈ। ਉਹ ਕੱਲ ਦੇ ਦੀਵਾਨ ਵਿੱਚ ਆਪਾਂ ਪੜ੍ਹਾ ਲਵਾਂਗੇ, ਸੁਣ ਲਵਾਂਗੇ। ਹੁਣ ਸਮਾਂ ਹੈ ਇੱਥੇ ਸਮਾਪਤੀ ਹੈ ਜੀ। ਭਏ ਸਹਾਇਕ ਜਹ ਕਹਿ ਜਾਈ, ਤਾ ਇਹ ਕਾਰ ਕਰਨ ਬਨ ਆਈ। पंचामृत मान्यो समदायो, सो चाहिए गो अब करवायो। वाहिगुरु जी का खालसा, वाहिगुरु जी की फतेह।